सन्मान सत्कारयोग गुरु सवारी गुरु प्यारी गुरु का रूप स्वरूप खालसा साध संगत जीव भागी हो साहिब नसीब हो। उत्तम कर्मा वाले हो जो अमृत वेले तो सतगुरु पातशाह जी की पावन पवित्र महिमा में गुरबाणी नाल जुड़े हो। धन धन साहिब श्री गुरु हरकृष्ण साहिब सच्चे पातशाह महाराज बाला प्रीतम जियां दे महान वडियाइयां बेअंत रहमतां बख्शिशां भरे अस्थान गुरुद्वारा श्री बंगला साहिब विखे साहिब गुरु ग्रंथ साहिब पातशाह महाराज जियां दी परम सुखकारी हजूरी अंदर अथवा दूर दराडे तन करके दूर बैठे हुए भी टीवी राही भावना प्यार सत्कार सहित सुरत करके सतगुरु पातशाह जी दे चरना नाल जुड़ बैठे सत संगियो प्यार सत्कार सहित गुरु बख्शिश कीती गुरु फतेह प्रवान करो आसीस झोली पाओ जी। वाहिगुरु जी का खालसा वाहिगुरु जी की फतेह। लड़ीवार चल रही गुरु शब्द की विचार अंदर अज का शब्द जो मूल पाठ आप जी ने सन्मान सत्कारयोग भाई साहब भाई जय किशन सिंह जी तिना पासों तिना दी मिठी आवाज राही सरवण कीता है। मारू राग अंदर साहिब श्री गुरु अर्जन देव पातशाह महाराज जी की बख्शिश 999 अंग साहिब गुरु ग्रंथ साहिब पातशाह महाराज जी ते ये पावन शब्द सुभायमान है। शब्द दियां रहाव दियां पंक्तियां ने अवर दिन काहू काज ना लाए सो दिन मोको दीजे प्रभ जियो जा दिन हर जस गाए। गुरु कोलों मंगना की है। ਆਪਾਂ ਜਦੋਂ ਵੀ ਆ ਕੇ ਗੁਰੂ ਕੋਲੋਂ ਮੰਗਦੇ ਹਾਂ ਮੰਗਣ ਤੋਂ ਪਹਿਲਾਂ ਆਪਾਂ ਆਪਣੇ ਘਰ ਤੋਂ ਹੀ ਵਿਚਾਰ ਕਰਦੇ ਹਾਂ ਵੇਖਦੇ ਹਾਂ ਵੀ ਮੇਰੇ ਕੋਲ ਕਮੀ ਕੀ ਹੈ ਕਿਸ ਸ਼ੈ ਦੀ ਮੈਨੂੰ ਲੋੜ ਹੈ ਕਿਸ ਸ਼ੈ ਦੀ ਮੈਨੂੰ ਜ਼ਰੂਰਤ ਹੈ। ਘਰੋਂ ਹੀ ਖਿਆਲ ਬਣਾ ਕੇ ਆਉਂਦੇ ਹਾਂ ਵੀ ਅਸੀਂ ਮਾਲਕ ਕੋਲ ਜਾ ਕੇ ਆ ਮੰਗਣਾ ਹੈ। ਤੇ ਬਹੁਤਾ ਦਾਦੇ ਵਿੱਚ ਤੇ ਖਿਆਲ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਖਿਆਲ ਬਣਿਆ ਬਣਾਇਆ ਹੀ ਹੈ ਤੇ ਖਿਆਲ ਸਭ ਦਾ ਇੱਕੋ ਹੀ ਹੈ। ਉਹ ਖਿਆਲ ਕੀ ਹੈ ਉਹ ਸਾਹਿਬ ਜੀ ਨੇ ਰਮਤਾ 'ਚ ਕਿਰਪਾ ਕਰਨੀ। ਉਹ ਖਿਆਲ ਇਹ ਹੈ ਵੀ ਬਸ ਮਾਇਆ 'ਚ ਵਾਧਾ ਹੋ ਜਾਏ ਪਰਿਵਾਰ 'ਚ ਵਾਧਾ ਹੋ ਜਾਏ ਧਨ ਦੌਲਤ ਦੇ ਵਿੱਚ ਵਾਧਾ ਹੋਵੇ गुरु कोल आके फिर आई चीज़ां रटियां पिटियां गल्लां सुख शांति चढ़दी कला कारोबारां विच तरक्कियां इत्यादि। गरीब नवाज महाराज जी कहते ने सारियां गल्लां एक पासे रख सतगुरु मेरे धन च वाधा होवे मेरे परिवार च वाधा होवे मेरियां दुकानां वध जाण मेरी जमीन वध जाए सब कहते सब एक पासे रख। पहला ये विचार कि सही मायने में तेनों गुरु कोलों मंगण की की लोड़ है किहड़ी शै जो तेनों चाहिए है जो तेरे कोल नहीं है वो मंग जिस चीज की जरूरत है वो मंग। हुण सतगुरु महाराज जी ने बेनती करिए पातशाह जी जो मैं मंगिया मैनूं लोड़ां ने धन की लोड़ है
ਔਰ ਬਹੁਤ ਤਾਦਾਦ ਦੇ ਵਿੱਚ ਅਸੀਂ ਵੇਖੀਏ ਵੀ ਜਿਹੜਾ ਆਪਾਂ ਧਨ ਕਮਾਉਂਦੇ ਆ ਨਾ, ਅੱਜ ਦੇ ਸਮੇਂ ਲੋੜ ਕਰਕੇ ਨਹੀਂ ਕਮਾਉਂਦੇ, ਬਹੁਤਾ ਲੋਭ ਕਰਕੇ ਬਹੁਤਾ ਕਮਾਉਂਦੇ ਆ। ਲੋੜ ਕਰਕੇ ਨਹੀਂ, ਲੋਭ ਕਰਕੇ ਕਮਾਉਂਦੇ। ਧਨ ਦੀ ਲੋੜ ਤੇ ਆ ਵੀ 2 ਵਕਤ ਦੀ ਰੋਟੀ ਮਿਲੇ, ਪਹਿਨਣ ਨੂੰ ਕੱਪੜੇ ਮਿਲਣ, ਰਹਿਣ ਵਾਸਤੇ, ਜਿਹਨੂੰ ਪੁਰਾਣਾ ਇੱਕ ਸ਼ਬਦ ਸਿਆਣਿਆਂ ਦਾ ਆਪਾਂ ਵਰਤਦੇ ਆ, ਕੁੱਲੀ ਗੁੱਲੀ ਜੁੱਲੀ। 2 ਵਕਤ ਦੀ ਰੋਟੀ ਹੋਵੇ, ਸੌਣ ਨੂੰ ਬਿਸਤਰਾ ਤੇ ਘਰ ਹੋਵੇ, ਪਹਿਨਣ ਨੂੰ ਕੱਪੜੇ ਹੋਣ, ਇਹ ਤੇ ਗੁਜ਼ਰਾਨ, ਇਹ ਤੇ ਹੈ ਲੋੜ। ਬਹੁਤ ਕਮਾ ਲਿਆ, ਲੱਖਾਂ ਕਰੋੜਾਂ ਰੁਪਏ ਬੈਂਕ 'ਚ ਰੱਖ ਲੈਣੇ, ਹੋਰ ਕਮਾ ਲਾ, ਹੋਰ ਜਮ੍ਹਾਂ ਕਰ ਲਾ, ਹੋਰ ਕਮਾ ਲਾ, ਇਹਦੇ ਨਾਮ ਹੀ FD, ਇਹਦੇ ਨਾਮ ਹੀ FD। ਕੋਈ ਜੀ ਮੈਂ ਰਹਿਣ ਹੀ ਨਾ ਦੇਵਾਂ ਜਿਹਦੇ ਨਾਂ 5-7 ਲੱਖ ਰੁਪਈਆ ਨਾ ਲਾਵਾਂ। ਇਹ ਕਮਾਈ ਲੋੜ ਕਰਕੇ ਨਹੀਂ, ਇਹ ਕਮਾਈ ਲੋਭ ਕਰਕੇ ਹੈ। ਦੁਨੀਆ ਸਾਰੀ ਇਸੇ ਚੱਕਰ 'ਚ ਭੱਜੀ ਫਿਰਦੀ ਹੈ। ਧਨ 'ਚ ਵਾਧਾ ਕਿਵੇਂ ਹੋਵੇ, ਧੰਦੇ 'ਚ ਵਾਧਾ ਕਿਵੇਂ ਹੋਵੇ, ਪ੍ਰਾਪਰਟੀ ਵਧੇ ਕਿਵੇਂ, ਇਹ ਭੱਜ ਦੌੜ ਲੱਗੀ। ਗਰੀਬ ਨਵਾਜ ਮਹਾਰਾਜ ਜੀ ਕਹਿੰਦੇ ਨੇ, ਜੇ ਲੋੜ ਮੁਤਾਬਕ ਤੇਰੇ ਕੋਲ ਧਨ ਹੋ ਗਿਆ ਨਾ, ਵੈਸੇ ਤੇ ਇਤੋਂ ਤੋਂ ਵੀ ਪਹਿਲਾਂ ਚਾਹੀਦਾ ਸੀ, ਚਲੋ ਪਹਿਲਾਂ ਨਹੀਂ ਤੇ ਇੱਥੇ ਹੀ ਟਿਕ ਜਾ। ਜੇ ਲੋੜ ਅਨੁਸਾਰ ਤੇਰੇ ਕੋਲ ਧਨ ਹੋ ਗਿਆ, ਚੰਗਾ ਗੁਜ਼ਾਰਾ ਚੱਲਣ ਲੱਗ ਪਿਆ, ਹੁਣ ਧਨ ਵਾਲੇ ਪਾਸੇ ਤੋਂ ਖਿਆਲ ਘਟਾ, ਧਰਮ ਕਮਾਉਣ ਵਾਲੇ ਪਾਸੇ ਤੁਰ। ਧਨ ਤੇ ਬਹੁਤ ਕਮਾ ਲਿਆ, ਹੁਣ ਧਰਮ ਵਾਲੇ ਪਾਸੇ ਤੁਰ, ਧਰਮ ਵਾਲੇ ਪਾਸੇ। ਮਸਕੀਨ ਜੀ ਦਾ ਇੱਕ ਬੜਾ ਪਿਆਰਾ ਬਚਨ ਵਾਰ-ਵਾਰ ਚੇਤੇ ਆਉਂਦਾ, ਜਦੋਂ ਬੰਦਾ ਧਨ ਦੇ ਪੱਖ ਤੋਂ ਵੇਖਦਾ ਹੈ, ਉਹਨਾਂ ਨੂੰ ਵੇਖਦਾ ਹੈ ਜਿਹੜੇ ਮੇਰੇ ਤੋਂ ਅਮੀਰ ਨੇ, ਉਹਨਾਂ ਵਰਗਾ ਹੋਣਾ ਚਾਹੁੰਦਾ ਹੈ। ਇਹ ਮੇਰੇ ਤੋਂ ਧਨ ਦੇ ਪੱਖ 'ਚ ਬਹੁਤ ਅਮੀਰ ਹੈ, ਮੈਂ ਇਹਦੇ ਵਰਗਾ ਹੋਵਾਂ। ਉਹ ਧਰਮ ਦੇ ਪੱਖ ਤੋਂ ਜਦੋਂ ਕਿਸੇ ਨੂੰ ਵੇਖੇਗਾ ਤੇ ਆਪਣੇ ਤੋਂ ਗਰੀਬ ਨੂੰ ਵੇਖੇਗਾ ਤੇ ਫਿਰ ਮਾਣ ਮਹਿਸੂਸ ਕਰੇਗਾ। ਮੈਂ ਤਾਂ ਫਿਰ ਵੀ ਗੁਰਦੁਆਰੇ ਜਾਣਾ, ਸੇਵਾ ਕਰਦਾ, ਉਹ ਤੇ ਜਾਂਦਾ ਹੀ ਨਹੀਂ। ਮੈਂ ਤੇ ਜਪਜੀ ਸਾਹਿਬ ਪੜ੍ਹ ਲੈਣਾ, ਨਿਤਨੇਮ ਕਰ ਲੈਣਾ, ਕਿਤੇ ਸਮਾਂ ਲੱਗੇ ਤੇ ਸੁਖਮਨੀ ਸਾਹਿਬ ਵੀ ਪੜ੍ਹ ਲੈਣਾ, ਉਹ ਤੇ ਪੜ੍ਹਦਾ ਹੀ ਨਹੀਂ। ਧਰਮ ਦੀ ਦੁਨੀਆ ਵਿੱਚ ਉਹਨੂੰ ਵੇਖਦੇ ਆ ਜਿਹੜਾ ਮੇਰੇ ਤੋਂ ਪਿੱਛੇ, ਜਿਹੜਾ ਕੁਝ ਵੀ ਨਹੀਂ ਕਰਦਾ, ਉਹਨੂੰ ਵੇਖ ਕੇ ਫਿਰ ਮੈਂ ਮਾਣ ਮਹਿਸੂਸ ਕਰਦਾ ਨਹੀਂ, ਉਹ ਮੇਰੇ ਤੋਂ ਪਿੱਛੇ, ਮੈਂ ਉਹਦੇ ਤੋਂ ਅੱਗੇ। ਧਰਮ ਦੀ ਦੁਨੀਆ 'ਚ ਉਹਨਾਂ ਨੂੰ ਨਹੀਂ ਵੇਖਦਾ ਜਿਹੜੇ ਮੇਰੇ ਤੋਂ ਅੱਗੇ ਨੇ। ਮੈਂ ਤੇ ਕੇਵਲ ਇੱਕ ਵੇਲੇ ਗੁਰਦੁਆਰਾ ਸਾਹਿਬ ਜਾਣਾ, ਤੇ 2 ਵਾਰੀ ਜਾਂਦਾ, ਸਵੇਰੇ ਸ਼ਾਮ ਜਾਂਦਾ। ਮੈਂ ਤੇ ਜਪਜੀ ਸਾਹਿਬ ਮਸੀਂ ਪੜ੍ਹਦਾ, ਉਹ ਤੇ 5 ਬਾਣੀਆਂ ਦਾ ਪੱਕਾ ਨਿਤਨੇਮੀ ਹੈ। ਮੈਂ ਤੇ 5 ਪੜ੍ਹਦਾ, ਉਹ ਤੇ ਤੋਂ ਵੀ ਵੱਧ ਪੜ੍ਹਦਾ। ਧਰਮ ਦੀ ਦੁਨੀਆ 'ਚ ਵੇਖਣਾ ਤੇ ਉਹਨਾਂ ਨੂੰ ਵੇਖ ਜਿਹੜੇ ਤੇਰੇ ਤੋਂ ਅੱਗੇ ਨੇ। ਜਿਨ੍ਹਾਂ ਸੂਰਮਿਆਂ ਦਾ, ਜਿਨ੍ਹਾਂ ਯੋਧਿਆਂ ਦਾ, ਜਿਨ੍ਹਾਂ ਬਹਾਦਰਾਂ ਦਾ, ਮੇਰੀ ਕੌਮ ਦੇ ਮਹਾਨ ਸ਼ਹੀਦਾਂ ਦਾ ਇਤਿਹਾਸ ਵਾਰ-ਵਾਰ ਦੁਹਰਾਇਆ ਜਾਂਦਾ, ਸੁਣਾਇਆ ਜਾਂਦਾ, ਇਸ ਵਾਸਤੇ ਤੇਰੇ ਨਾਲੋਂ ਉਹ ਧਰਮ ਵਿੱਚ ਅੱਗੇ ਨੇ, ਉਹਨਾਂ ਵਰਗਾ ਬਣ, ਉਹਨਾਂ ਵਰਗਾ ਹੋ। ਬਾਬਾ ਫਤਿਹ ਸਿੰਘ ਸਾਹਿਬ ਜੀ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਸਭ ਤੋਂ ਛੋਟੇ, ਵਾਰ-ਵਾਰ ਉਹਨਾਂ ਦਾ ਜ਼ਿਕਰ ਆਉਂਦਾ। ਉਮਰ ਬਹੁਤ ਛੋਟੀ ਹੈ, ਧਰਮ ਵਿੱਚ ਬਹੁਤ ਅੱਗੇ ਨੇ, ਬਹੁਤ ਅੱਗੇ। ਧਰਮੀ ਬਣਨਾ ਤੇ ਉਹਨਾਂ ਨੂੰ ਪੜ੍ਹ, ਉਹਨਾਂ ਨੂੰ ਵਿਚਾਰ, ਉਹਨਾਂ ਵਰਗਾ ਬਣ। ਧਰਮ ਦੇ ਪੱਖ ਤੋਂ ਅਸੀਂ ਆਪਣੇ ਤੋਂ ਅੱਗੇ ਵਾਲਿਆਂ ਨੂੰ ਨਹੀਂ ਵੇਖਦੇ। ਧਰਮ ਦੇ ਪੱਖ 'ਚ ਵੇਖਦੇ ਜਿਹੜੇ ਮੇਰੇ ਤੋਂ ਪਿੱਛੇ ਨੇ, ਧਨ ਦੇ ਪੱਖ 'ਚ ਵੇਖਦੇ ਜਿਹੜੇ ਮੇਰੇ ਤੋਂ ਅੱਗੇ ਨੇ। ਧਰਮ ਦੇ ਪੱਖ 'ਚ ਬੰਦਾ ਕਦਮ ਅੱਗੇ ਵਧਾਉਣਾ ਹੀ ਨਹੀਂ ਚਾਹੁੰਦਾ, ਜਿੱਥੇ ਖੜਾ ਉੱਥੇ ਹੀ ਖੜਾ, ਗੁਜ਼ਾਰਾ ਕਰ ਰਿਹਾ ਬਸ। ਸਾਰੀ ਜ਼ਿੰਦਗੀ ਨਿਕਲ ਜਾਂਦੀ। ਮਸਕੀਨ ਸਾਹਿਬ ਕਹਿੰਦੇ, ਜਦੋਂ ਮੈਨੂੰ ਕੋਈ 60-70 ਸਾਲ ਦਾ ਬੰਦਾ ਪੁੱਛਦਾ ਹੈ ਵੀ ਮਸਕੀਨ ਸਾਹਿਬ ਮੈਨੂੰ ਇਹ ਦੱਸਿਓ ਜੇ ਵੀ ਮੂਲ ਮੰਤਰ ਕਿੱਥੋਂ ਤੱਕ ਹੈ, ਤੇ ਮੈਂ ਉਹਦੀ ਉਮਰ ਵੱਲ ਵੇਖ ਕੇ ਆਨਾ ਵੀ ਹੁਣ ਚੇਤਾ ਆਇਆ। 70 ਸਾਲਾਂ 'ਚ ਇਹ ਨਹੀਂ ਪਤਾ ਲੱਗਾ ਵੀ ਮੂਲ ਮੰਤਰ ਕਿੰਨਾ ਤੇ ਕਿੱਥੋਂ ਤੱਕ ਪੜ੍ਹਨਾ, ਤੇ ਤੂੰ ਸਿੱਖੇਗਾ ਕਦੋਂ ਤੇ ਪੜ੍ਹੇਗਾ ਕਦੋਂ? ਹੁਣ ਤੇ ਤੇਰਾ ਸਮਾਂ ਵੀ ਧਰਮਰਾਜ ਕੋਲ ਜਾ ਕੇ ਪੁੱਛੀ ਅੱਗੋਂ ਹੀ। ਟਾਈਮ ਪਾਸ ਕਰਦੇ ਆ, ਧਰਮ ਦੇ ਸੰਬੰਧ 'ਚ ਸਮਾਂ ਪਾਸ ਕਰਦੇ ਆ,
ਬਹੁਤੀ ਲੋੜ ਨਹੀਂ ਸਿੱਖਣ ਸਿਖਾਉਣ ਦੀ ਸਮਝੀ, ਬਹੁਤੀ ਲੋੜ ਨਹੀਂ ਇਹਦੇ ਵਿੱਚ ਵੜਨ ਦੀ, ਇਹਨੂੰ ਵਿਚਾਰਨ ਦੀ ਸਮਝੀ। ਜੇ ਕਿਸੇ ਨੂੰ ਥੋੜਾ ਬਹੁਤ ਹੁੰਦਾ, ਜੇ ਆਪਾਂ ਆਪਣੀ ਜ਼ਿੰਦਗੀ ਵੱਲ ਝਾਤ ਮਾਰੀਏ ਤੇ ਆਪਾਂ ਕਦੀ ਕਮੀ ਮਹਿਸੂਸ ਕੀਤੀ, ਕੀ ਫਰਕ ਪੈਂਦਾ ਸਾਨੂੰ ਜੇ ਸਾਡੇ ਪਰਿਵਾਰ 'ਚ ਕਿਸੇ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਤੇ ਤਾਂ ਕੀ, ਜੇ ਨਹੀਂ ਪੜ੍ਹਨੀ ਆਉਂਦੀ ਤੇ ਤਾਂ ਕੀ ਹੈ? ਸਾਡੇ ਪਰਿਵਾਰਾਂ 'ਚ ਜਾਂ ਸਾਨੂੰ ਕੀ ਫਰਕ ਪੈਂਦਾ? ਪਰਿਵਾਰ 'ਚੋਂ ਕੋਈ ਜੀ ਗੁਰਬਾਣੀ ਪੜ੍ਹਦਾ ਕਿ ਨਹੀਂ ਪੜ੍ਹਦਾ, ਕੋਈ ਫਰਕ ਨਹੀਂ ਪੈਂਦਾ ਸਾਨੂੰ। ਅਸੀਂ ਨਿਤਨੇਮ ਕੀਤਾ ਜਾਂ ਨਹੀਂ ਕੀਤਾ, ਸਾਨੂੰ ਕੀ ਫਰਕ ਪੈਂਦਾ? ਸਾਡਾ ਬੱਚਾ ਅੰਮ੍ਰਿਤਧਾਰੀ ਹੈ ਕਿ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ। ਗੁਰਦੁਆਰੇ ਜਾਂਦਾ ਕਿ ਨਹੀਂ ਜਾਂਦਾ, ਕੋਈ ਫਰਕ ਨਹੀਂ ਪੈਂਦਾ। ਉਹਨੂੰ ਗੁਰਬਾਣੀ ਪੜ੍ਹਨੀ ਆਉਂਦੀ ਕਿ ਨਹੀਂ ਆਉਂਦੀ, ਕੋਈ ਫਰਕ ਨਹੀਂ ਪੈਂਦਾ। ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਦੀਖਿਆ ਲਈ ਕਿ ਨਹੀਂ, ਕੋਈ ਫਰਕ ਨਹੀਂ ਪੈਂਦਾ। ਕਦੀ ਇਸ ਗੱਲ ਤੇ ਅਸੀਂ ਚਿੰਤਤ ਨਹੀਂ, ਸਾਡਾ ਬੱਚਾ ਗੁਰੂ ਵਾਲਾ ਨਹੀਂ। ਇਸ ਗੱਲ ਕਰਕੇ ਜ਼ਰੂਰ ਚਿੰਤਤ ਹੁੰਦੇ ਹਾਂ ਕਿ ਬੱਚਾ ਮਿਹਨਤ ਨਹੀਂ ਕਰਦਾ ਜੀ, ਕਮਾਈ ਨਹੀਂ ਕਰਦਾ। ਇਹ ਤੇ ਚਿੰਤਾ ਹੈ, ਬੱਚਾ ਪੈਸੇ ਨਹੀਂ ਕਮਾਉਂਦਾ। ਇਹ ਤੇ ਫਿਕਰ ਹੈ ਬੱਚਾ ਧਨ ਕਮਾਉਂਦਾ ਨਹੀਂ। ਇਹ ਫਿਕਰ ਨਹੀਂ ਕਿ ਬੱਚਾ ਸਾਡਾ ਧਰਮ ਨਹੀਂ ਕਮਾਉਂਦਾ। ਸਾਨੂੰ ਕੋਈ ਫਰਕ ਨਹੀਂ ਪੈਂਦਾ। ਧਰਮ ਦੇ ਸੰਬੰਧ 'ਚ ਅਸੀਂ ਸਮਾਂ ਪਾਸ ਕਰਦੇ ਤੁਰੇ ਜਾਂਦੇ ਹਾਂ, ਸਮਾਂ ਪਾਸ ਕਰਦੇ ਤੁਰੇ ਜਾਂਦੇ ਹਾਂ। ਧਰਮ ਦੇ ਸੰਬੰਧ ਵਿੱਚ, ਧਰਮ ਦੇ ਪੱਖ 'ਚ ਜਿੱਥੇ ਖਲੋਤੇ ਉੱਥੇ ਹੀ ਖਲੋਤੇ ਆ, ਮੁੱਦਤਾਂ ਤੋਂ ਉੱਥੇ ਖਲੋਤੇ ਆ। ਜੇ ਅੱਜ ਤੋਂ 20 ਸਾਲ ਪਹਿਲਾਂ, ਜਿਨ੍ਹਾਂ ਦੀ ਤੁਸੀਂ ਆਪਣੀ ਉਮਰ ਵੱਲ ਝਾਤ ਮਾਰ ਲਿਓ, ਅੱਜ ਤੋਂ 20 ਸਾਲ ਪਹਿਲਾਂ ਜਿਹਨੂੰ ਗੁਰਬਾਣੀ ਨਹੀਂ ਸੀ ਪੜ੍ਹਨੀ ਆਉਂਦੀ, ਜੇ ਉਹਨੂੰ ਅੱਜ ਵੀ ਨਹੀਂ ਪੜ੍ਹਨੀ ਆਉਂਦੀ, ਉਹਦੀ ਜ਼ਿੰਦਗੀ 'ਚ ਕੋਈ ਘਾਟਾ ਨਹੀਂ, ਆਪਣੇ ਆਪ ਨੂੰ ਕੋਈ ਫਰਕ ਨਹੀਂ ਮਹਿਸੂਸ ਕਰਦਾ ਵੀ ਮੈਨੂੰ ਕੀ ਫਰਕ ਪਿਆ। 20 ਸਾਲ ਪਹਿਲਾਂ ਵੀ ਨਹੀਂ ਸੀ ਪੜ੍ਹਨੀ ਆਉਂਦੀ, ਅੱਜ ਵੀ ਨਹੀਂ ਪੜ੍ਹਨੀ ਆਉਂਦੀ। ਜੇ ਯਤਨ ਕਰੇ ਤੇ 2-4 ਮਹੀਨਿਆਂ ਦੀ ਖੇਡ ਹੈ, 2-4 ਮਹੀਨਿਆਂ ਦੀ ਮਿਹਨਤ ਦਾ ਸਦਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਖ ਪੜ੍ਹਨ ਯੋਗ ਹੋ ਸਕਦਾ। ਕੋਈ ਫਰਕ ਨਹੀਂ ਪੈਂਦਾ, ਪੜ੍ਹੇ ਤਾਂ ਵੀ, ਨਾ ਪੜ੍ਹੇ ਤਾਂ ਵੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਦੱਸਿਆ ਵੀ ਤੇਰੀ ਜ਼ਿੰਦਗੀ 'ਚ ਸਭ ਤੋਂ ਵੱਡਾ ਘਾਟਾ ਕੀ ਹੈ। ਮੈਂ ਤੇ ਕਈ ਵਾਰ ਬੇਨਤੀ ਕਰਦਾ, ਇੱਕ ਸਮਾਂ ਸੀ ਆਪਣੇ ਪਰਿਵਾਰਾਂ ਨੇ, ਸਾਡੇ ਸਾਰਿਆਂ ਦੇ ਪਰਿਵਾਰਾਂ ਨੇ, ਵੱਡ ਵਡੇਰਿਆਂ ਨੇ ਬੜਾ ਗਰੀਬੀ ਦਾ ਸਮਾਂ ਵੇਖਿਆ, ਬੜੀਆਂ ਮਿਹਨਤਾਂ ਕੀਤੀਆਂ, ਬੜਾ ਦੁੱਖ ਦਾ ਸਮਾਂ ਵੇਖਿਆ। ਕੱਚੇ ਘਰਾਂ 'ਚ ਰਹਿ, ਕਿਸੇ ਵੇਲੇ ਰੋਟੀ ਮਿਲਣੀ ਨਾ ਮਿਲਣੀ, ਆਪਣੇ ਸਾਰੇ ਪਰਿਵਾਰਾਂ ਨੇ, ਵੱਡਿਆਂ ਨੇ ਇਸ ਤਰ੍ਹਾਂ ਦਾ ਸਮਾਂ ਅਕਸਰ ਵੇਖਿਆ। ਆਪਾਂ ਜ਼ਿਕਰ ਕਰਦੇ ਹਾਂ, ਸੁਣਦੇ ਹਾਂ। ਅੱਜ ਸਿੱਖ ਕੌਮ ਦੇ ਵਿੱਚ ਧਨ ਦੇ ਪੱਖ ਤੋਂ ਕੋਈ ਗਰੀਬੀ ਨਹੀਂ ਹੈ। ਜ਼ਿਆਦਾਤਰ ਕੋਈ 1-2% ਹੋਏਗਾ, ਉਹ ਵੀ ਜੇ ਕੋਈ ਬਿਲਕੁਲ ਨਿਠੱਲਾ ਨਿਕੰਮਾ ਹੋਵੇ ਜਾਂ ਕੋਈ ਵਹਿਬਤਾ ਨਸ਼ਿਆਂ ਦਾ ਮਾਰਿਆ ਹੋਵੇ ਤਾਂ ਕਿ ਉਹਦੇ ਘਰ ਕਿਤੇ ਰੋਟੀ ਨਾ ਪੱਕਦੀ ਹੋਵੇ। ਨਹੀਂ ਤੇ ਅੱਜ ਸਿੱਖ ਕੌਮ ਦੇ ਵਿੱਚ ਇਸ ਗੱਲੋਂ ਕਮੀ ਨਹੀਂ ਵੀ ਸਾਡੇ ਕੋਲ ਪੈਸਾ ਨਹੀਂ। ਅੱਜ ਸਾਡੀ ਸਮੱਸਿਆ ਇਹ ਨਹੀਂ ਵੀ ਸਾਡੇ ਕੋਲ ਪਹਿਨਣ ਵਾਸਤੇ ਕੱਪੜੇ ਨਹੀਂ ਜਾਂ ਖਾਣ ਵਾਸਤੇ ਰੋਟੀ ਨਹੀਂ, ਜਾਂ ਅਸੀਂ ਇਸ ਪੱਖੋਂ ਗਰੀਬ ਹਾਂ ਵੀ ਸਾਡੇ ਕੋਲ ਰਹਿਣ ਵਾਸਤੇ ਚੰਗਾ ਘਰ ਨਹੀਂ। ਧਨ ਦੇ ਪੱਖ ਤੋਂ ਅਸੀਂ ਬੜੇ ਅਮੀਰ ਹਾਂ। ਦੁਨੀਆ ਦੇ ਲੋਕਾਂ ਨੇ ਸਾਡਾ ਲੋਹਾ ਮੰਨਿਆ। ਦੂਜੀ ਤੀਜੀ ਪੀੜ੍ਹੀ 'ਚ ਜਾ ਕੇ ਕੁਛ ਦਾ ਕੁਛ ਕਰ ਵਿਖਾਇਆ। ਲੋਕਾਂ ਨੇ ਲੋਹਾ ਮੰਨਿਆ ਵੀ ਸਿੱਖ ਕੌਮ ਬੜੀ ਮਿਹਨਤੀ ਹੈ, ਪਰ ਮੇਰੀ ਕੌਮ ਦੇ ਵਿੱਚ ਅੱਜ ਬਹੁਤ ਵੱਡੀ ਗਰੀਬੀ ਹੈ। ਧਰਮ ਦੇ ਪੱਖ ਤੋਂ, ਧਨ ਦੇ ਪੱਖ ਤੋਂ ਚੰਗਾ ਖਾਂਦੇ ਆ, ਚੰਗਾ ਪਹਿਨਦੇ ਆ, ਚੰਗੇ ਘਰਾਂ ਵਿੱਚ ਰਹਿੰਦੇ ਆ, ਕਾਰਾਂ ਮੋਟਰਾਂ ਕੋਈ ਕਮੀ ਨਹੀਂ। ਧਨ ਦੇ ਪੱਖ ਤੋਂ ਅਮੀਰੀ ਹੈ, ਧਰਮ ਦੇ ਪੱਖ ਤੋਂ ਗਰੀਬੀ ਹੈ। ਸਾਡੇ ਬੱਚਿਆਂ ਨੂੰ ਗੁਰਮੁਖੀ ਬੋਲੀ ਨਹੀਂ ਬੋਲਣੀ ਆਉਂਦੀ, ਇਹ ਗਰੀਬੀ ਹੈ ਸਾਡੀ। ਧਰਮ ਦੇ ਪੱਖ ਦੀ ਇਹ ਕਮਜ਼ੋਰੀ ਤੇ ਗਰੀਬੀ ਹੈ ਕਿ ਬੱਚਿਆਂ ਨੂੰ ਸਿਰ ਤੇ ਦਸਤਾਰ ਨਹੀਂ ਸਜਾਉਣੀ ਆਉਂਦੀ। ਦਸਤਾਰ ਦੀ ਜਗ੍ਹਾ ਉਹ ਟੋਪੀ ਪਾ ਕੇ ਤੁਰੇ ਫਿਰਦੇ ਨੇ, ਇਹ ਗਰੀਬੀ ਹੈ। ਗੁਰਬਾਣੀ ਦੇ ਗੁਟਕੇ ਸਾਡੇ ਘਰਾਂ ਦੇ ਵਿੱਚ ਅਲਮਾਰੀਆਂ ਦਾ ਸ਼ਿੰਗਾਰ ਬਣੇ ਪਏ ਨੇ, ਕੋਈ ਪੜਨ ਵਾਲਾ ਨਹੀਂ, ਗਰੀਬੀ ਹੈ। ਗੁਰਮਤ ਦੇ ਨਜ਼ਰੀਏ ਤੋਂ, ਗੁਰਮਤ ਦੇ ਪੱਖ ਤੋਂ ਆ ਗਰੀਬੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ। ਅਵਰ ਦਿਨ ਕਾਹੂ ਕਾਜ ਨਾ ਆਏ, ਕਾਜ ਨਾ ਲਾਏ।
ਆਪਾਂ ਅਕਸਰ ਵੇਖਦੇ ਹਾਂ ਕਿਤੇ ਕੰਮ ਜਾਈਏ, ਸਵੇਰੇ ਜਾਈਏ, ਸ਼ਾਮ ਨੂੰ ਵਾਪਸ ਆਈਏ, ਜਿਹੜੇ ਕੰਮ ਜਾਈਏ ਉਹ ਕੰਮ ਨਾ ਹੋਵੇ। ਕੋਈ ਵੀ ਕੰਮ ਕਹਿ ਲਓ, ਕਿਸੇ ਬੰਦੇ ਨੂੰ ਮਿਲਣਾ, ਉਹਦੇ ਕੋਲੋਂ ਪੈਸੇ ਲੈਣੇ ਨੇ, ਬੜੀ ਦੂਰ ਗਏ ਆ, ਸਫ਼ਰ ਕੀਤਾ, ਸਮਾਂ ਵੀ ਕੱਢਿਆ, ਗਏ ਆ, ਬੰਦਾ ਮਿਲਿਆ ਨਹੀਂ, ਜੇ ਮਿਲਿਆ ਤੇ ਪੈਸੇ ਨਹੀਂ ਮਿਲੇ। ਜਦੋਂ ਵਾਪਸ ਘਰ ਆਉਂਦੇ ਆ ਨਾ, ਸਾਡੇ ਘਰ ਵੜਦੇ ਹੀ ਸਾਰੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਅੱਜ ਇਹਦਾ ਕੰਮ ਨਹੀਂ ਹੋਇਆ। ਪਤਾ ਲੱਗ ਜਾਂਦਾ ਨਾ, ਸਾਡਾ ਚਿਹਰਾ ਉਤਰਿਆ ਹੋਇਆ, ਮੂੰਹ ਉਦਾਸ। ਜਿਹੜਾ ਕੋਲ ਸਮਾਨ ਹੋਏਗਾ, ਪਰਸ ਤੇ ਅਦਕ ਬੈਗ, ਚਾਬੀ ਵਗਾ ਕੇ ਸੁੱਟਾਂਗੇ, ਭੈੜਾ ਜਿਹਾ ਮੂੰਹ ਬਣਾ ਕੇ ਬੈਠੇ ਰਹਾਂਗੇ। ਘਰੋਂ ਕੋਈ ਪੁੱਛੇ ਪਾਣੀ ਲਿਆ ਦੇ, ਚਾਹ ਪੀਓਗੇ, ਦੇ ਦਿਓ, ਘਰ ਵਾਲੇ ਸਾਰੇ ਸਮਝ ਜਾਂਦੇ ਨੇ ਵੀ ਇਹਦਾ ਕੰਮ ਨਹੀਂ ਹੋਇਆ। ਸਵੇਰੇ ਗਿਆ, ਸ਼ਾਮ ਨੂੰ ਵਾਪਸ ਆਇਆ, ਜਿਹੜੇ ਕੰਮ ਗਿਆ ਉਹ ਕੰਮ ਨਹੀਂ ਬਣਿਆ ਤੇ ਬੜਾ ਉਦਾਸ ਹੈ। ਪੁੱਛੋ ਉਦਾਸ ਕਿਉਂ ਹੈ, ਤੇ ਅੱਗੋਂ ਜਵਾਬ ਮਿਲਦਾ ਵੀ ਅੱਜ ਦਾ ਮੇਰਾ ਸਾਰਾ ਦਿਨ ਬੇਕਾਰ ਚਲਾ ਗਿਆ। ਇਹ ਜਵਾਬ ਹੁੰਦਾ ਨਾ। ਆਪਾਂ ਵੀ ਇਹ ਕਹਿੰਦੇ ਨਾ, ਜਿਹੜੇ ਕੰਮ ਗਿਆ, ਕੰਮ ਨਹੀਂ ਬਣਿਆ, ਮੇਰਾ ਅੱਜ ਦਾ ਸਾਰਾ ਦਿਨ ਖਰਾਬ ਚਲਾ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧਨ ਦੇ ਸੰਬੰਧ ਵਿੱਚ ਤੇ ਬੜੀ ਵਾਰੀ ਤੂੰ ਆਖਿਆ ਅੱਜ ਦਾ ਸਾਰਾ ਦਿਨ ਮੇਰਾ ਖਰਾਬ ਚਲਾ ਗਿਆ, ਕਿਤੇ ਧਰਮ ਦੇ ਸੰਬੰਧ ਵਿੱਚ ਹੀ ਆਖਿਆ ਵੀ ਮੇਰਾ ਅੱਜ ਦਾ ਦਿਨ ਸਾਰਾ ਖਰਾਬ ਚਲਾ ਗਿਆ। ਅਵਰ ਦਿਨ ਕਾਹੂ ਕਾਜ ਨਾ ਲਾਏ, ਕਿਤੇ ਆਖੇ ਸ਼ਾਮ ਵੇਲੇ ਅੱਜ ਮੈਂ ਅੰਮ੍ਰਿਤ ਵੇਲੇ ਨਹੀਂ ਸੀ ਉੱਠਿਆ, ਸਵੇਰੇ ਮੈਂ ਗੁਰਦੁਆਰੇ ਨਹੀਂ ਗਿਆ, ਨਿਤਨੇਮ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਸੰਧਿਆ ਵੇਲੇ ਰਹਿ ਰਾਸ ਨਹੀਂ ਪੜ੍ਹੀ, ਸੌਣ ਲੱਗਿਆ ਸੋਲਾ ਵੀ ਵਿਸਰ ਗਿਆ, ਅੱਜ ਦਾ ਮੇਰਾ ਸਾਰਾ ਦਿਨ ਬੇਕਾਰ ਚਲਾ ਗਿਆ। ਕਦੀ ਕਿਹਾ? ਕਦੀ ਨਹੀਂ ਕਿਹਾ। ਧਨ ਦੇ ਸੰਬੰਧ ਵਿੱਚ ਇੱਕ ਦਿਨ ਚਲਿਆ ਜਾਏ, ਰੋਨੇ ਆ, ਮਾਯੂਸ ਹੋ ਜਾਂਦੇ ਆ, ਦਿਨ ਖਰਾਬ ਚਲਾ ਗਿਆ, ਧਨ ਨਹੀਂ ਮਿਲਿਆ। ਸਾਹਿਬ ਕਹਿੰਦੇ ਨੇ ਤੇਰਾ ਦਿਨ ਬੇਕਾਰ ਚਲਾ ਗਿਆ, ਅੱਜ ਤੂੰ ਧਰਮ ਨਹੀਂ ਕਮਾਇਆ। ਔਰ ਕਿਤੇ ਖਿਆਲ ਕਰੀ, ਤੇਰਾ ਇੱਕ ਦਿਨ ਨਹੀਂ, ਜ਼ਿੰਦਗੀ ਦੇ ਕਿੰਨੇ ਕ ਦਿਨ ਤੂੰ ਇਸੇ ਤਰ੍ਹਾਂ ਧਰਮ ਦੇ ਪੱਖ ਤੋਂ ਅਵੇਸ ਲਿਓ ਕੇ ਬੇਅਰਥ ਗਵਾਏ ਨੇ। ਕਿਉਂਕਿ ਦਿਨ ਚੜ੍ਹਿਆ, ਤੂੰ ਸਫਲ ਕਰੇ ਜਾਂ ਨਾ ਕਰੇ, ਇਹਨੇ ਤੇ ਮੁੱਕ ਹੀ ਜਾਣਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੁਛ ਰਹਿਣ ਥਿਰ ਨਹੀਂ ਹੈ ਤੇ ਹੋਣਾ ਹੀ ਹੋਣਾ ਹੈ। ਇਹਨੂੰ ਸਫਲ ਕਰ ਲੈ ਜਾਂ ਬੇਅਰਥ ਗਵਾਵੇਂ, ਇਹ ਅੱਗੋਂ ਤੇਰੇ ਤੇ ਨਿਰਭਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਸੁਣਦਿਆਂ ਸੁਣਦਿਆਂ, ਮੇਰੇ ਮਾਲਕ ਦੇ ਦਰ ਆਉਂਦਿਆਂ ਆਉਂਦਿਆਂ, ਸੂਝਵਾਨ ਗੁਰੂ ਕੇ ਸਿੱਖਾਂ ਦੀ ਸੰਗਤ ਕਰਦਿਆਂ ਕਰਦਿਆਂ ਮੇਰੇ ਸਤਿਗੁਰੂ ਮੈਨੂੰ ਇੱਕ ਸਮਝ ਪੈ ਗਈ ਹੈ। ਮੈਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਦਿਨ ਕਿਸੇ ਕੰਮ ਨਹੀਂ ਲਾਏ, ਬੇਅਰਥ ਗਵਾਏ ਨੇ। ਔਰ ਐਸੇ ਬੰਦੇ ਨੂੰ ਜੇ ਕੋਈ ਦੂਸਰਾ ਤੱਕੇ ਤੇ ਆਖੇ ਵੀ ਇਹ ਝੂਠ ਕਹਿ ਰਿਹਾ, ਇਹਨੇ ਤੇ ਮਿਹਨਤ ਬੜੀ ਕੀਤੀ, ਇਹਨੇ ਤੇ ਬੜੇ ਮਕਾਨ ਮਹਿਲ ਖੜੇ ਕੀਤੇ ਨੇ, ਇਹਨੇ ਤੇ ਧਨ ਬਹੁਤ ਜੋੜਿਆ, ਇਹ ਕਿਵੇਂ ਕਹਿ ਰਿਹਾ ਕਿ ਮੈਂ ਆਪਣੇ ਜ਼ਿੰਦਗੀ ਦੇ ਦਿਨ ਬੇਅਰਥ ਗਵਾਏ? ਇਹ ਵੀ ਗੁਰੂ ਕੋਲੋਂ ਪੁੱਛੋ। ਸਤਿਗੁਰੂ ਮਿਹਨਤ ਤੇ ਬੜੀ ਕੀਤੀ, ਕੰਮ ਤੇ ਬੜਾ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਕਹਿੰਦੇ ਕੀਤਾ ਪੁੱਤਰਾ, ਪਰ ਉਹ ਲੇਖੇ ਵਿੱਚ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਜਿਹੜੇ ਤੂੰ ਕੀਤੇ ਨੇ ਉਹ ਪਰਿਵਾਰਕ ਤੇਰੀਆਂ ਜ਼ਿੰਮੇਵਾਰੀਆਂ ਨੇ, ਤੂੰ ਨਿਭਾਉਣੀਆਂ ਨੇ, ਉਹਨਾਂ ਤੋਂ ਵੀ ਭੱਜਣਾ ਨਹੀਂ। ਪਰਿਵਾਰ ਨੂੰ ਪਾਲਣਾ, ਪਰਿਵਾਰ ਦਾ ਨਿਰਵਾਹ ਕਰਨਾ, ਪਰਿਵਾਰ ਦੀ ਉਪਜੀਵਕਾ ਦਾ ਪ੍ਰਬੰਧ ਕਰਨਾ ਤੇਰੀ ਜ਼ਿੰਮੇਵਾਰੀ, ਉਹਨਾਂ ਤੋਂ ਭੱਜਣਾ ਨਹੀਂ। ਪਰ ਉਹਨਾਂ ਦੇ ਨਾਲ ਜ਼ਿੰਦਗੀ ਸਫਲ ਨਹੀਂ ਹੋਣੀ। ਜ਼ਿੰਦਗੀ ਸਫਲ ਕਰਨ ਵਾਸਤੇ ਮੇਰਾ ਸਾਧ ਸੰਗਤ ਭੱਜ ਕੇਵਲ ਨਾਮ ਹੈ। ਜੇ ਤੂੰ ਨਹੀਂ ਕੀਤਾ ਤੇ ਤੇਰਾ ਦਿਨ ਬੇਅਰਥ ਚਲਾ ਗਿਆ। ਸਤਿਗੁਰੂ, ਮੈਂ ਆਪਣੀ ਜ਼ਿੰਦਗੀ ਦੇ ਦਿਨ ਪਰਮੇਸ਼ਰ ਦਾ ਨਾਮ ਜਪਣ ਵਾਲੇ ਕੰਮ ਨਹੀਂ ਲਾਏ। ਹੁਣ ਜਦੋਂ ਆਹ ਸਮਝ ਆ ਜਾਏ, ਫਿਰ ਸਮਝ ਆਏਗੀ ਵੀ ਮੇਰੀ ਜ਼ਿੰਦਗੀ 'ਚ ਕਮੀ ਹੈ, ਜਿੱਥੋਂ ਮੈਂ ਵਿਚਾਰ ਆਰੰਭੀ। ਗੁਰੂ ਕੋਲ ਮੰਗਣ ਜਾਣਾ ਤੇ ਹੁਣ ਵਿਚਾਰ ਆ ਗਈ, ਸਮਝ ਆ ਗਈ ਕਿ ਕਮੀ ਕੀ ਹੈ, ਕੋਲ ਕੀ ਮੰਗਣਾ। ਮੰਗਣਾ ਤੇ ਉਹੀ ਹੈ ਨਾ ਜਿਹੜੀ ਸ਼ਾਇਦ ਦੀ ਘਾਟ। ਤੇ ਸਤਿਗੁਰੂ, ਮੇਰੀ ਜ਼ਿੰਦਗੀ 'ਚ ਆ ਘਾਟ 100 ਦਿਨ ਮੋਕੋ ਦੀਜੈ ਪ੍ਰਭ ਜੀਓ, ਜਾ ਦਿਨ ਹਰ ਜਸ ਗਾਏ। ਤੂੰ ਮੇਰੇ ਤੇ ਕਿਰਪਾ ਕੀਤੀ, ਮੈਨੂੰ ਮੇਰੀ ਜ਼ਿੰਦਗੀ ਦੇ ਬੜੇ ਦਿਨ ਦਿੱਤੇ, ਬੜੇ ਮਹੀਨੇ, ਬੜੇ ਸਾਲ ਦਿੱਤੇ, ਪਰ ਸਾਰੇ ਦੇ ਸਾਰੇ ਤੇਰੇ ਨਾਮ ਵੱਲੋਂ ਬੇਅਰਥ ਗੁਜ਼ਰੇ।
अज सतगुरु तेरे चरणों च खलो के ये मैं जोदड़ी ये बेनती करन आया है, ये दात मंगण आया है, सतगुरु महाराज जी मैनू देण दे। साहिब मेरा नीत नवा, देखो रोज विचारो बाणी नवी विचार सामने आती। गुरु कोलों की मंगना, देण मंगना है। सो दिन मोको दीजै प्रभ जियो, सतगुरु मैनू ओ दिन दे। सतगुरु पातशाह जी कहते भी दिन तो तेन बड़े दिते, किहड़ा दिन चाहिए? जा दिन हर जस गाए, वो दिन चाहिए जेड़े दिन मैं तुहाडा नाम जपा तेरा जस करा। भाव मेरी जिंदगी दे अगले जेड़े दिन ने ये ओहो जे बना दे, ये तेरी याद तो वांझे ना गुजरन, तेरे चिंतन तो वांझे ना गुजरन, तेरी बाणी तो वांझे ना गुजरन। पहली गल तो भी ख्याल होना ही बड़ा औखा है। बंदा माया पदार्थां चों धंधियां दे विचों उपर उठना, सुरत नूं रब वाले पासे जोड़ना, ये ख्याल आना ही बड़ा मुश्किल है। और जदों किते ख्याल आ भी जाए ना, धर्म कमाउण दा ख्याल आ भी जाए तो फिर बंदा ना धर्म भी किते कमाउंदा है ते वहम पाल के कमाउंदा है। धर्म की परिभाषा लोगों ने अपनी अपनी बनाई, अपनी मर्जी का धर्म है। कोई वीरवार नूं किसी जगह ते दीवा जगा के धर्म समझदा भी मैं तो कर लेना जी, वीरवार दीवा जगाता धर्म हो गया। कोई पिपल नूं धागा लपेट के ते नारियल चढ़ा के ही धर्मी बनिया बैठा है भी मैं, मेरे वर्गे तो कोई धर्म ही नहीं। अपने अपने तरीके का धर्म। कोई संगरांद नूं किलो आटा गुरुद्वारे खड़ के दे आउंदा है, संगरांद नूं गुरुद्वारे गए किलो आटा लै गए, कौली जी थोड़ा जिहा प्रसाद वापस लैन तां सारे टब्बर नूं खवा दिता। कि धर्म हो गया जी? संगरांद वाले दिन चले गए गुरुद्वारे। यदि अपनी मर्जी का धर्म है। धर्म के नियम, धर्म के गुण यदि अपनी मर्जी के ने, ते जे किते इहनूं बहुती समझ ना आवे ते लोकां दे सुने सुनाए, फिर जिहड़ा देहधारी गुरु डम है ना, फिर उहदे चक्कर च पै जांदा है। एक गल चेते रखना, इतिहास आपां क्यों सुणदे आ? श्री गुरु अमरदास पातशाह महाराज जी की जदों 60 साल की उम्र सी, नाल दे पंडित सह यात्री ने ताना मारिया ना भी तेरा कोई गुरु नहीं है, तू निगरा ते तेरी हालत की होनी है ते तू जाने। तेरे हथों जल पानी छकन करके मेरा भी पूजा पाठ सारा कुछ व्यर्थ चला गया। उस वेले बाबा अमरदास जी की सुरत विच जेल विच की आई गल कि उस वेले धर्मी बंदे नहीं सी, कि उस वेले डेरे नहीं सी, कि धर्म के नां ते उदों पखंड नहीं सी हुंदा, सारा कुछ हुंदा सी। बाबा अमरदास जी की सारी रात इस फिक्र विच निकली। वो कह गया कि तेरा कोई गुरु नहीं, पर मैं गुरु बनावा ते बनावा किनू, किनू गुरु बनाना? क्योंकि कच्चे नूं गुरु बनाने का मतलब ही जिंदगी बर्बाद कर लेनी। कच्चे नूं गुरु बनाने का मतलब है नरकां विच पैना। वो तो आप डुबा है, सानू कितों तारेगा जिहड़ा आप कच्चा है। सारी रात इस चिंता की नदी विच गोते खाते रहे। अमृत वेले जिहड़ी इन्हां दी भतीजी नौ, इन्हां दा भरा भाई मानक चंद, भाई मानक चंद का बेटा भाई जस्सू, भाई जस्सू की घरवाली बीबी अमरो जो गुरु अंगद देव पातशाह महाराज जी की धी है, उन्हें फिर फिक्र दूर किया। पिता जी गुरु की पावन बाणी का शब्द सुनिया ना, काया आरण मन विच लूहा पंच अगन तिस लाग रहे। तो ये बड़ा प्यारा कलाम पढ़िया, बड़ा प्यारा मंत्र पढ़िया। बापू जी कोई कलाम कोई मंत्र नहीं, ये तो बाणी है। किहदी बाणी? रब दी। पुत तैनू कितों मिली? गुरु पिता तू। गुरु कौन है? गुरु नानक साहब सच्चे पातशाह। तो गुरु नानक महाराज जी हुण किथे ने? हुण गुरु अंगद देव पातशाह महाराज जी मेरे पिता जी के रूप विच ने। जो तोहा जुगत साए सह काया फिर पलटी है।
ਧੀਏ ਤੂੰ ਮੇਰੇ ਤੇ ਬੜਾ ਪਰਉਪਕਾਰ ਕੀਤਾ, ਮੈਨੂੰ ਸੱਚੇ ਗੁਰੂ ਦਾ ਰਸਤਾ ਦੱਸ ਦਿੱਤਾ। ਜੇ ਤੂੰ ਮੈਨੂੰ ਸੱਚੇ ਗੁਰੂ ਦੇ ਬਾਰੇ ਦੱਸਿਆ, ਸੱਚੇ ਗੁਰੂ ਦੀ ਗੱਲ ਦੱਸੀ ਹੈ, ਮੇਰੇ ਤੇ ਇੱਕ ਕਿਰਪਾ ਹੋਰ ਕਰ, ਮੇਰੇ ਨਾਲ ਚੱਲ, ਮੈਨੂੰ ਉਸ ਸੱਚੇ ਗੁਰੂ ਦੇ ਕੋਲ ਵੀ ਛੱਡ ਕੇ ਆ। ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਬਾਬਾ ਅਮਰਦਾਸ ਜੀ 60 ਸਾਲ ਦੀ ਉਮਰੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਚਿੰਤਾ ਇਹ ਨਹੀਂ ਸੀ ਕਿ ਮੈਂ ਗੁਰੂ ਬਣਾਉਣਾ ਹੈ, ਚਿੰਤਾ ਇਹ ਸੀ ਵੀ ਗੁਰੂ ਬਣਾਉਣਾ ਕਿਹਨੂੰ ਹੈ, ਕੱਚਾ ਨਾ ਹੋਵੇ, ਪੂਰਾ ਹੋਵੇ। ਔਰ ਅੰਮ੍ਰਿਤ ਵੇਲੇ ਹੀ ਅਗਲਾ ਦਿਨ ਚੜ੍ਹਦਿਆਂ ਅੰਮ੍ਰਿਤ ਵੇਲੇ ਸੱਚੇ ਗੁਰੂ ਦੀ ਭਾਲ ਹੋ ਗਈ। ਸੱਚੇ ਗੁਰੂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਘਰੋਂ ਹੀ ਭਤੀਜ ਨੂੰ ਨੇ ਸਾਰਾ ਕੁਝ ਦੱਸ ਦਿੱਤਾ। ਸੱਚੇ ਗੁਰੂ ਦੇ ਨਾਲ ਜੁੜ ਗਏ, ਫਿਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਣ ਗਏ। ਪਹਿਲੀ ਗੱਲ ਤੇ ਸਾਨੂੰ ਇਹ ਖਿਆਲ ਆਉਂਦਾ ਹੀ ਨਹੀਂ ਕਿ ਧਰਮ ਵਾਲੇ ਪਾਸੇ ਤੁਰਨਾ। ਜੇ ਖਿਆਲ ਆਵੇ, ਆਪਣੀ ਮਰਜ਼ੀ ਦਾ ਧਰਮ ਪਾਲ ਕੇ ਬਹਿ ਜਾਂਦੇ ਆ, ਆਪਣੀ ਮਰਜ਼ੀ ਦਾ ਧਰਮ ਕਮਾ ਲੈਂਦੇ ਆ। ਇਸ ਤੋਂ ਇੱਕ ਕਦਮ ਹੋਰ ਅੱਗੇ ਤੁਰੀਏ, ਫਿਰ ਜਿਹੜੇ ਮੱਕੜ ਜਾਲ ਵਿਛੇ ਪਏ ਨੇ, ਕਿਸੇ ਨਾ ਕਿਸੇ ਦੇ ਜਾਲ 'ਚ ਫਸ ਜਾਂਦੇ ਆ। ਕੋਈ ਕੁਛ ਦੱਸ ਦੇਗਾ, ਕੋਈ ਕੁਛ ਦੱਸ ਦੇਗਾ। ਇੱਥੇ ਵੀ ਆਉਂਦੇ ਨੇ ਮੰਗਲਾ ਸਾਹਿਬ ਅਰਦਾਸਾਂ ਕਰਾਉਣਗੇ। ਸਾਨੂੰ ਕਿਸੇ ਨੇ ਦੱਸਿਆ ਸੀ ਜੀ ਤੁਸੀਂ 5 ਮੰਗਲਵਾਰ ਜਾ ਕੇ ਨਾ ਉੱਥੇ ਇਸ਼ਨਾਨ ਕਰਿਓ, ਅੱਜ ਸਾਡਾ 5ਵਾਂ ਮੰਗਲਵਾਰ ਹੈ ਤੇ ਅਰਦਾਸ ਕਰਾ ਦਿਓ। ਕੋਈ 5 ਐਤਵਾਰ ਨਹਾਇਓ ਜੀ ਜਾ ਕੇ, ਕੋਈ ਕੁਛ ਸਰੋਵਰ ਚਾਓ, ਇਸ਼ਨਾਨ ਕਰੋ। ਇਹ ਗੁਰਮਤਿ ਹੈ, ਇਹ ਸਾਡਾ ਸਿਧਾਂਤ ਹੈ। ਜਦੋਂ ਵੀ ਆਓ ਕਰੋ, ਪਿਆਰ ਨਾਲ ਕਰੋ। ਪਰ ਇਹ ਪਤਾ ਨਹੀਂ ਕਿੰਨੇ ਰਸਤਾ ਦੱਸ ਦਿੱਤਾ ਵੀ ਨਹੀਂ 5 ਮੰਗਲਵਾਰ ਹੀ ਜਾਣਾ। ਔਰ ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਣ ਨੂੰ ਲੱਗ ਵੀ ਜਾਈਏ ਤੇ ਸਾਡੇ ਧਰਮ ਕਮਾਉਣ ਦੀ ਜਿਹੜੀ ਸੀਮਾ ਦਿਨ ਹੈ ਨਾ, ਉਹ ਵੀ ਅਸੀਂ ਨਿਯਤ ਕੀਤੇ ਕਿ ਸਭ ਤੋਂ ਵੱਡਾ ਤੀਰ ਮਾਰਿਆ ਤੇ ਚਾਲੀਸਾ, 40 ਦਿਨ ਬਸ। 40 ਮਹੀਨੇ ਨਹੀਂ, 40 ਸਾਲ ਨਹੀਂ ਨਾ। ਸਹੁੰ ਖਾ ਕੇ ਪਹਿਲੇ ਦਿਨ ਹੀ ਸਹੁੰ ਖਾ ਲਈ ਵੀ 40 ਦਿਨ ਆਉਣਾ ਜੀ। ਅਰਦਾਸ ਸਾਫ਼ ਕਰ ਲਈ ਜਾਂ ਕਰਵਾ ਲਈ, 40 ਦਿਨ ਆਉਣਾ ਜੀ। ਹੁਣ ਆਏ, ਮੀਂਹ 'ਚ ਵੀ ਆਏ, ਹਨੇਰੀ 'ਚ ਵੀ ਆਏ, ਔਖੇ ਹੋ ਕੇ ਆਏ, ਸੌਖੇ ਹੋ ਕੇ ਆਏ, 40 ਦਿਨ ਪੂਰੇ ਹੋ ਗਏ। ਸ਼ੁਕਰ ਕੀਤਾ, ਧਰਮ ਪੂਰਾ ਹੋ ਗਿਆ, ਮਹਾਰਾਜ ਚਾਲੀਸਾ ਹੋ ਗਿਆ ਜੀ। ਮੈਂ ਤੇ ਆਪਣਾ ਕੰਮ ਪੂਰਾ ਕਰ ਲਿਆ, ਅੱਗੋਂ ਕੰਮ ਪੂਰੇ ਗੁਰੂ ਦਾ। ਹੁਣ ਅਰਦਾਸ ਕਰੋ ਵੀ ਸਤਿਗੁਰੂ ਵੇਖੋ ਮੈਂ ਆਪਣਾ ਕੰਮ ਕਰਤਾ ਜੇ, ਮੈਂ 40 ਦਿਨ ਆਖਿਆ ਸੀ, 40 ਦਿਨ ਆ ਗਿਆ। ਹੁਣ ਮੇਰੀ ਆ ਮੰਗ ਹੈ, ਇਸ ਲਈ 40 ਦਿਨ ਆਇਆ, ਅਗਲਾ ਕੰਮ ਹੁਣ ਤੁਸੀਂ ਪੂਰਾ ਕਰਨਾ। ਧਰਮ ਕਮਾਉਣ ਦੀ ਅਵਧੀ, ਧਰਮ ਕਮਾਉਣ ਦੇ ਦਿਨ ਅਸੀਂ ਨਿਯਤ ਕਰ ਲਏ, 40 ਦਿਨ ਆਉਣਾ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ 40 ਦਿਨ ਇਹ ਆਪਣੀਆਂ ਜਾਂ ਦੂਸਰੇ ਧਰਮ ਦੇ ਗੁਣ ਜਿਹੜੇ ਅਡੋਪਟ ਕਰਕੇ ਆਪਣੀ ਮਰਜ਼ੀ ਨਾਲ ਬਣਾਏ ਹੋਏ ਤੇਰੇ ਨਿਯਮ ਨੇ, ਇਹ ਸਾਰੀਆਂ ਗੱਲਾਂ ਛੱਡ, ਉਹ ਕਰ ਜੋ ਗੁਰੂ ਆਖਦਾ। ਗੁਰਮਤਿ ਦੀ ਸਿੱਖਿਆ ਉਹ ਕਮਾਉਣੀ ਹੈ ਜਿਹੜੀ ਤੈਨੂੰ ਪੰਜਾਂ ਨੇ ਦੱਸੀ ਹੈ, ਪੰਜਾਂ ਕੋਲ ਹਾਜ਼ਰ ਹੋਣਾ। ਆਪ ਜੀ ਸੂਝਵਾਨ ਨੂੰ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਗਿਆਤ ਲਈ ਬੇਨਤੀ ਕਰਾਂ। ਕਈਆਂ ਦੇ ਅੰਮ੍ਰਿਤ ਦੇ ਵਿੱਚ ਅੰਮ੍ਰਿਤ ਛਕਿਆ, ਬਾਅਦ 'ਚ ਕੋਈ ਘਾਟ ਹੋ ਗਈ, ਜੀਵਨ ਵਿੱਚ ਕੋਈ ਗਲਤੀ ਹੋ ਗਈ, ਭੁੱਲ ਹੋ ਗਈ। ਜੇ ਕੋਈ ਆਖੇ ਮੈਂ ਗੁਰਦੁਆਰੇ ਜਾਵਾਂ, ਦੇਖ ਕਰਾ ਕੇ ਭਾਈ ਜੀ ਕੋਲੋਂ ਅਰਦਾਸ ਕਰਾਵਾਂ, ਖਿਆਲ ਕਰਨਾ ਅੰਮ੍ਰਿਤ ਦੇ ਸੰਬੰਧ ਵਿੱਚ ਕੋਈ ਭੁੱਲ ਗਲਤੀ ਹੋਈ ਹੈ, ਕੋਈ ਭਾਈ ਜੀ ਨੂੰ ਅਧਿਕਾਰ ਨਹੀਂ ਉਹ ਤੁਹਾਡੀ ਅਰਦਾਸ ਕਰਾ ਕੇ ਤੁਹਾਡੀ ਭੁੱਲ ਬਖਸ਼ ਦੇ। ਉਹਦੇ ਲਈ ਪੰਜਾਂ ਕੋਲ ਹਾਜ਼ਰ ਹੋਣਾ ਹੈ। ਪੰਜਾਂ ਨੇ ਜੋ ਦੱਸਣਾ ਉਹਨਾਂ ਨੇ ਦੱਸਣਾ ਹੈ। ਔਰ ਜਦੋਂ 5 ਇਕੱਠੇ ਹੋਏ, ਪੰਜਾਂ 'ਚੋਂ ਇੱਕ ਵੀ ਤੁਹਾਨੂੰ ਰਹਿਤ ਨਹੀਂ ਦੱਸ ਸਕਦਾ ਵੀ ਆਓ ਜੀ ਮੈਂ ਤੁਹਾਨੂੰ ਦੱਸ ਦਿੰਦਾ, ਕੋਈ ਨਹੀਂ ਪੰਜਾਂ ਦੀ। ਪੰਜਾਂ ਨੇ ਇਕੱਠਿਆਂ ਹੋ ਕੇ ਜੋ ਦੱਸਣਾ ਹੈ, ਇਹ ਗੁਰਮਤਿ ਦਾ ਸਿਧਾਂਤ ਹੈ। ਧਰਮ ਕਮਾਉਣ ਦਾ ਖਿਆਲ ਪੈਦਾ ਹੋਵੇ ਤੇ ਪੰਜਾਂ ਕੋਲ ਹਾਜ਼ਰ ਹੋ ਜਾ। ਹੁਣ ਪੰਜਾਂ ਕੋਲ ਹਾਜ਼ਰ ਹੋਣ ਦਾ ਮਤਲਬ ਇਹ ਕਿ ਧਰਮੀ ਬਣਨਾ ਹੈ, ਧਰਮ ਦੀ ਦੁਨੀਆ ਵਿੱਚ ਪੈਰ ਰੱਖਣਾ, ਐਡਮਿਸ਼ਨ ਤੇ ਹੋਵੇ। 5 ਤੈਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਤੈਨੂੰ ਪੰਥ ਪਰਿਵਾਰ ਵਿੱਚ ਸ਼ਾਮਲ ਤੇ ਕਰਨ, ਫਿਰ ਉਹ ਤੈਨੂੰ ਦੱਸਣਗੇ ਵੀ ਆਹ ਪੜ੍ਹਨਾ ਹੈ, ਆਹ ਮਨਮਤ ਹੈ ਤੇ ਆਹ ਗੁਰਮਤ ਹੈ, ਆਹ ਕਰਮ ਕਰਨੇ ਨੇ, ਆਹ ਨਹੀਂ ਕਰਨੇ। ਇਸੇ ਦਾ ਨਾਮ ਰਹਿਤ ਮਰਿਆਦਾ, ਜੋ ਸਾਡੀ ਪੰਥ ਪ੍ਰਮਾਣਿਤ ਰਹਿਤ ਮਰਿਆਦਾ। ਜੇ ਤੁਸੀਂ
पहले पेज तो लैके आखिरी पेज तक पढ़ लो ना रहत मर्यादा, 1 घंटा भी पूरा नहीं लगता। 1 घंटा भी श्री अकाल तख्त साहब की साडी पंथ प्रमाणित रहत मर्यादा पूरी पढ़ लीए तो 1 घंटा नहीं लगता, 1 घंटे च पूरी पढ़ी जाती है। पर साडी इहनूं बदकिस्मती आखोगे, की आखोगे भी सारी जिंदगी गुजर गई, जिंदगी चो 1 घंटा असी रहत मर्यादा नहीं पढ़ी किते। हुजता करनों बड़े तकड़े, सिर फसाउण बड़े तकड़े। कोई भी विषय ते बह जाओ तुसी, बस दलीलां देण नूं बड़े तकड़े। इदां नहीं होना चाहिए जी, उदां होना चाहिए। उन्हां दी हालत साहब जी कहंदे, आप न देहि चुरू पर पानी ते निंदा है, जे गंगा आनी बैठत उठत कुटलता चाल है। आप गए और उन्हूं घल है, आप गए और उन्हूं खोवै। आग लगाए मंदिर में सोवै, अवरन हस्त आप है काने, तिनको देख कबीर लजाने। पल्ले की है, सिर्फ सलावा ही ने। इदा नहीं होना चाहिए जी, इदा नहीं होना चाहिए। किते ख्याल करके वेखियो। और वो अकाल तख्त साहब की रहत मर्यादा जिहड़ी है, दूसरी मजे वाली गल उहदे च होर है, ਉਹਦੀ कोई कीमत नहीं, मुफ्त विच मिलती है। मुफ्त विच फ्री विच किते वो लैके असी श्री अकाल तख्त साहब की मर्यादा ही नहीं पढ़ी। पता तो लगे घर विच बच्चे का जन्म होवे ते की करना है, पता तो लगे विआह समय की कर्म करना है। सानू तो अज तक यही नहीं पता लगा। अपने बच्चों का भविख खराब करने वास्ते असी आप तुर पैने। घर विच बच्चा जन्मिया, थोड़े दिनों का होया, उहदा जन्म का समा, उहदा डेट ऑफ बर्थ सारा नोट की, पहुंच गए पंडित जी को। पंडित जी जरा कृपा करियो जी, जन्म पत्री बना दियो। पंडित जी को चले गए। पंडित जी ने नाले जन्म पत्री बनाती, नाले एक गल दस दी भी तुहाडा बच्चा तो मंगली जे। पंडित जी की इन्नी गल कहण दी देर है भी तुसी अपने बच्चे का भविख खराब कर लिया, चाहे वह बच्चा चाहे बच्ची है। हुण जदों अगे रिश्ते की किते गल चलेगी, जेड़े इन्हां चीज़ां ते यकीन करते हैं, हुण जदों तुसीं वो पत्री लिया के विखाओगे तो दूसरा उन्हां दा पंडित पढ़ेगा, वो आखेगा भी ये बच्चा तो मंगली है, जो बच्ची मंगली। सिख धर्म विच देखो, जेड़े लोग कदी इस पासे नहीं जाते, उन्होंने नहीं पता वो मंगली ने की ने, उन्हां दी कुंडली विच की बैठा है, सप बैठा है कि बिल्ली बैठी है कि राहू बैठा केतु बैठ, कोई मतलब ही नहीं। सुखैन दी जिंदगी जींदे ने। आप बैल मुझे मार वाला काम कर लिया, बच्चा घर विच जन्मिया, तुर पै कुंडली बनाउण। कई मैं परिवारों की हालत ऐसी वेखी, बच्चा बच्ची पढ़े लिखे, दोनों परिवार सहमत, रिश्ता बड़ा चंगा। पंडित जी को चले जाते हो, तुहाडी कुंडली मैच नहीं करती। कई ने मैनू पूछा जी असी की करिए, मैं क्या जी पंडित लेके दिंदा भी जिन्हां दी कुंडली मैच करती है उन्हां दी जिंदगी कदी पवाड़ा नहीं पैंदा। जिन्हां दी पंडित ने कुंडली मिला के देती कि उन्हां दा तलाक नहीं हुंदा, उन्हां दे घर च कदी डाक सूटा नहीं खड़कदा, कि वो कोर्ट कचहरियां च नहीं तुरे फिरदे। कुंडली बनाने वाला, कुंडली मैच करने वाला इस गल की गारंटी लेंदा कदी कि नहीं? सिर्फ पैसे लैके जहर घोलना ही जानता, तो कसूर ओदा नहीं, कसूर तो अपना जेड़े जाने। मैं गुरसिख परिवार के रिश्ते की गल हुंदी वेखी, बड़ा चंगा रिश्ता, वो इन्हां गल्लां ते यकीन करने वाले से। उन्होंने कहा जी बच्ची की जन्म पत्री हैगी, कहते जी हैगी है, तुसीं बनवाई है? बनवाई है। कहते जी सानू भेजियो, ਉਹਦੀ फोटो खिच के व्हाट्सएप कर दियो। वो कहते जी कर देने, हुणे कर देने। उन्होंने फोटो व्हाट्सएप करती, अगों फोन आ गया, भाई साहब ये साडे नाल की मजाक है? कि मजाक की है? तुसीं कहा जी जन्म पत्री भेजती, ये जन्म पत्री है? कहते जी असीं तो यही जन्म पत्री। वो जन्म पत्री की सी? उस गुरु का हुक्मनामा। असीं अपनी बच्ची नूं गुरमत के संस्कार अनुसार जदों गुरुद्वारा साहब खड़िया, अरदास की, इहदा नाम रखने लिए हुक्मनामा लिया। इहदा पहला हुक्मनामा जिहड़ा बच्ची की अरदास करके आया वो आया, ये तो असीं बच्ची का नाम रखिया। वो हुक्मनामा असीं लेके संभाल के रखिया, साडी ते आई जन्म पत्री।
कि तुहानू कोई होर चाहिदी है? कहंदे जी नहीं, ये नहीं जिहड़ी पंडित बना के दिंदा। जे तुहानू साहिब गुरु ग्रंथ साहिब पातशाह जी की पावन बाणी गुरु दे शब्द ते यकीन नहीं, तुसी अपने राह, असी अपने राह पंडित की बनाई जन्म पत्री ते बाद पहला ते अपनी पत्री नहीं मिलती। तुसी पंडित की पत्री ते यकीन करने वाले, असी धन गुरु ग्रंथ साहिब महाराज जी की पावन बाणी ते यकीन करने वाले, साडी तुहाडी नहीं निभनी। तो असी बहुती बार अपने बच्चों का भविख आप खराब किया इन्हां मन मत के रस्तियां ते तुर के। ते जे तुसी रहत मर्यादा पढ़ी हो तो तुहानू पता हो कि बच्चे का विआह ते आ काम करना, कोई चढ़ाई कर जा ते आ करना है, आनंद कार्य की मर्यादा आए, बच्चे के जन्म समय की मर्यादा आए। धर्म के पक्ष तो असी इन्ने वेसले आ। गुरु कोले बात मंगनी, सतगुरु मेरी जिंदगी च वो दिन दे जिहड़े दिन हुण मैं गुरमत की रोशनी विच जीवां, मन मत विच ना जीवां। कह कुवाए, किसी ने क्या उत्थे दीवा जगाती, किसी ने क्या उत्थे नारियल चढ़ा दी, किसी ने कुछ होर कहता, वो कुछ कर लग गया। नहीं, वो करना जो सतगुरु तुसी आखो। मेरी जिंदगी च वो दिन दे जिहड़े दिन गुरमत की रोशनी विच गुजरन, तेरी याद विच गुजरन, तेरा हो के जीवां। सतगुरु पातशाह महाराज जी ने जो आ रहमत की, ये राहव दी पंक्तियां ने ते हुण शब्द की आरंभता। मारू महला पंजवां। मारू राग का नाम महला पंजवां, साहिब श्री गुरु अर्जन देव पातशाह महाराज जी की बख्शिश। तुहाडी मेरी अपनी सारियां दी जिंदगी किस तरह चलती है, किस तरह गुजरती है, आपां दिन किवें गुजारते हैं, साहिब जी सानू दस रहे हैं। गुरबाणी सीसा है, गुरु का शब्द सीसा है। सीसे के सामने खलो अपना चेहरा दिख जाता ना। मैं पग इस तरह की बनी है, मेरा चेहरा इस तरह का है, मेरी दस्तार इस तरह की है, मैं किस तरह का सीसा दिखाउंदा ना सानू अपना आप। गुरबाणी सानू अपना आप दिखाउंदी है, तू की है। जे सानू खुद नू अपनी समझ नहीं आई, गुरबाणी तो सुनो, गुरबाणी तो सीखो, गुरबाणी चो समझो, गुरबाणी चो वेखो तू की है। जे साडी जिंदगी किवें गुजर गई नहीं पता, गुरु ग्रंथ साहिब तो पूछो। साहिब कहते वित नमित भरमियों बहुभाती। देखो, एक हुंदा चलना, एक हुंदा भटकना। एक चलना, एक भटकना। तुसी अक्सर वेखदे हो, आपां सारे चलते हैं, सफर करते हैं, एक बंदा तुरया जा रहा, दूसरा भी तुरया जा रहा है। एक दा तुरना तुरना है, एक दा चलना चलना है, एक दा चलना भटकना है। चलना किहदा चलना है? जिन्हों मंजिल का पता है, जिन्हों पता भी वो फलानी मेरी मंजिल है। मंजिल नूं जेल में रख के जिहड़ा तुरया जा रहा है, ਉਹਦਾ ਤੁਰਨਾ ਤੁਰਨਾ ਹੈ, ਉਹਦਾ ਚੱਲਣਾ ਚੱਲਣਾ ਹੈ। ਇੱਕ ਦੂਸਰਾ ਵੀ ਨਾਲ ਚੱਲ ਰਿਹਾ, ਉਹਨੂੰ ਖੁਦ ਨੂੰ ਪਤਾ ਹੀ ਨਹੀਂ। ਨਾਲ ਦੇ ਨੂੰ ਪੁੱਛ ਲਓ ਵੀ ਕਿੱਥੇ ਜਾਣਾ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਉਹਦਾ ਜਿਹੜਾ ਚੱਲਣਾ ਹੈ ਨਾ, ਉਹ ਚੱਲਣਾ ਨਹੀਂ, ਉਹਦਾ ਭਟਕਣਾ ਹੈ। ਉੱਥੇ ਤੱਕ ਜਾਏਗਾ, ਉੱਥੋਂ ਕਿਸੇ ਹੋਰ ਪਾਸੇ ਨੂੰ ਮੁੜ ਜਾਏਗਾ। ਉੱਥੇ ਜਾ ਕੇ ਬਹਿ ਜਾਏਗਾ, ਥੋੜੀ ਦੇਰ ਬੈਠੇ ਕਿਸੇ ਹੋਰ ਪਾਸੇ ਨੂੰ ਤੁਰ ਪਏਗਾ। ਉਹਦਾ ਤੁਰਨਾ ਕੀ ਹੈ? ਉਹਦਾ ਤੁਰਨਾ ਭਟਕਣਾ ਹੈ। ਇਹਨੂੰ ਸਾਹਿਬ ਜੀ ਨੇ ਭਰਮਿਓ ਕਿਹਾ। ਸਾਡੀ ਜ਼ਿੰਦਗੀ ਨੂੰ ਸਾਹਿਬ ਜੀ ਨੇ ਚੱਲਣਾ ਨਹੀਂ ਕਿਹਾ। ਮੰਜ਼ਲ ਗੁਰੂ ਦਾ ਸ਼ਬਦ ਹੁੰਦੀ, ਮੰਜ਼ਲ ਗੁਰੂ ਦਾ ਸਿਧਾਂਤ ਹੁੰਦੀ, ਮੰਜ਼ਲ ਹੁੰਦੀ ਵੀ ਗੁਰੂ ਵਿੱਚ ਅਭੇਦ ਹੋ ਜਾਣਾ ਹੈ। ਮੰਜ਼ਲ ਹੁੰਦੀ ਜਿਵੇਂ ਪਾਣੀ ਦੀ ਮੰਜ਼ਲ ਹੈ, ਕਿਤੇ ਵੀ ਤੁਸੀਂ ਪਾਣੀ ਡੋਲੋ, ਡੁੱਲਦਿਆਂ ਸਾਰ ਨਿਵਾਣ ਨੂੰ ਤੁਰ ਪੈਂਦਾ। ਕਿਉਂ ਤੁਰਦਾ? ਉਹਨੂੰ ਪਤਾ ਮੇਰੀ ਮੰਜ਼ਲ ਕੀ ਹੈ। ਉਹ ਤੁਰੇਗਾ, ਉਹਨੂੰ ਅੱਗੇ ਸੰਗ ਸਾਥ ਮਿਲ ਜਾਏ, ਨਾਲੀ ਵਿੱਚ ਚਲੇ ਜਾਏਗਾ, ਨਾਲੇ 'ਚ ਚਲੇ ਜਾਏਗਾ, ਨਹਿਰਾਂ 'ਚ ਜਾਏਗਾ, ਨਦੀਆਂ 'ਚ ਜਾਏਗਾ, ਦਰਿਆਵਾਂ 'ਚ ਜਾਏਗਾ। ਤੇ ਚਲਦੇ ਚਲਦੇ ਦਰਿਆ ਫਿਰ ਕਿੱਧਰ ਨੂੰ ਜਾ ਰਹੇ ਨੇ? ਆਪਣੀ ਮੰਜ਼ਿਲ ਨੂੰ ਜਾ ਰਹੇ ਨੇ। ਮੰਜ਼ਿਲ ਕੀ ਹੈ? ਸਮੁੰਦਰ। ਪਾਣੀ ਨੂੰ ਪਤਾ ਮੇਰੀ ਮੰਜ਼ਿਲ ਕੀ ਹੈ। ਸਿੱਖ ਨੂੰ ਪਤਾ ਹੋਵੇ ਮੇਰੀ ਮੰਜ਼ਿਲ ਕੀ ਹੈ। ਮੇਰੀ ਮੰਜ਼ਿਲ ਹੈ ਗੁਰੂ ਦਾ ਸ਼ਬਦ। ਤੁਸੀਂ ਬੜਿਆਂ ਨੇ ਇਹ ਬਚਨ ਸੁਣਿਆ ਹੋਗਾ ਮਸਕੀਨ ਸਾਹਿਬ ਜੀ ਦਾ।
ਉਦੋਂ ਕਾਨਪੁਰ ਸਨ ਮਸਕੀਨ ਸਾਹਿਬ ਤੇ ਦਿੱਲੀ ਉਹਨਾਂ ਨੇ ਆਉਣਾ ਸੀ। ਕਿਸੇ ਪ੍ਰੇਮੀ ਨੇ ਫੋਨ ਕੀਤਾ, ਜੀ ਤੁਸੀਂ ਮਸਕੀਨ ਸਾਹਿਬ ਦਿੱਲੀ ਆਉਣ ਵਾਲੇ ਹੋ? ਕਿ ਜੀ ਆਉਣ ਵਾਲੇ ਆਉਣਾ ਹੈ। ਚਲੋ ਬੜੀ ਖੁਸ਼ੀ ਦੀ ਗੱਲ ਹੈ, ਤੁਸੀਂ ਆਓਗੇ ਤੇ ਮੈਂ ਤੁਹਾਨੂੰ ਬੜਾ ਜ਼ਰੂਰੀ ਮਿਲਣਾ ਹੈ। ਤੁਸੀਂ ਜ਼ਰੂਰ ਸੁਣਿਆ ਹੈਗਾ ਬਚਨ ਕਿ ਜੀ ਜ਼ਰੂਰ ਮਿਲਿਓ, ਤੇ ਜੇ ਕੋਈ ਜ਼ਿਆਦਾ ਜ਼ਰੂਰੀ ਗੱਲ ਤੇ ਫੋਨ ਤੇ ਦੱਸ ਦਿਓ। ਕਿ ਜੀ ਮੈਨੂੰ ਥੋੜਾ ਪਤਾ ਲੱਗਿਆ ਵੀ ਤੁਸੀਂ ਭਵਿੱਖ ਵੀ ਦੱਸਦੇ ਹੋ। ਕਿ ਜੀ ਦੱਸਦਾ। ਤੁਸੀਂ ਭਵਿੱਖ ਵਕਤਾ ਹੋ, ਕਿਸੇ ਦਾ ਭਵਿੱਖ ਦੱਸ ਸਕਦੇ ਹੋ? ਕਿ ਜੀ ਦੱਸ ਸਕਦਾ। ਕਿ ਫਿਰ ਬੜੀ ਹੋਰ ਜ਼ਿਆਦਾ ਖੁਸ਼ੀ ਦੀ ਗੱਲ ਹੋਈ, ਤੁਸੀਂ ਦਿੱਲੀ ਆਓਗੇ ਫਿਰ ਤੇ ਤੁਹਾਨੂੰ ਲਾਜ਼ਮੀ ਮਿਲ ਕੇ ਮੈਂ ਆਪਣਾ ਭਵਿੱਖ ਵੇਖਾਂਗਾ, ਤੁਹਾਡੇ ਕੋਲੋਂ ਸੁਣਾਂਗਾ ਮੇਰਾ ਭਵਿੱਖ ਕੀ। ਮਸਕੀਨ ਸਾਹਿਬ ਕਹਿੰਦੇ ਮਿੱਤਰਾ ਦਿੱਲੀ ਬੜੀ ਦੂਰ ਹੈ, ਦਿੱਲੀ ਕਦੋਂ ਆਉਣਾ ਤੇ ਬਾਅਦ ਦੀ ਗੱਲ, ਮੈਂ ਤੈਨੂੰ ਫੋਨ ਤੇ ਤੇਰਾ ਭਵਿੱਖ ਦੱਸ ਦਿੰਦਾ। ਤੁਸੀਂ ਮੇਰਾ ਨਾਂ ਨਹੀਂ ਪੁੱਛਿਆ, ਮੇਰੀ ਜਨਮ ਤਰੀਕ ਨਹੀਂ ਪੁੱਛੀ, ਮੇਰੇ ਜਨਮ ਦਾ ਸਮਾਂ ਨਹੀਂ ਪੁੱਛਿਆ, ਤੁਸੀਂ ਇਸ ਤਰ੍ਹਾਂ ਹੀ ਦੱਸ ਦੋਗੇ। ਮਸਕੀਨ ਸਾਹਿਬ ਕਹਿੰਦੇ ਫਿਰ ਭਵਿੱਖ ਵਕਤ ਹੀ ਕੀ ਹੋਇਆ, ਮੈਂ ਤੈਨੂੰ ਕੁਝ ਵੀ ਨਹੀਂ ਪੁੱਛਣਾ, ਤੇਰਾ ਨਾਂ ਕੀ ਹੈ, ਤੂੰ ਕੌਣ ਹੈ, ਕਿੱਥੇ ਰਹਿਣਾ ਹੈ, ਮੈਂ ਤੈਨੂੰ ਬਿਨਾਂ ਕਿਸੇ ਗੱਲਬਾਤ ਤੋਂ ਤੇਰਾ ਭਵਿੱਖ ਦੱਸ ਦਿੰਦਾ। ਕਹਿੰਦੀ ਫਿਰ ਕਰੋ ਕਿਰਪਾ ਤੇ ਦੱਸੋ ਮੇਰਾ ਭਵਿੱਖ। ਕਹਿੰਦਾ ਤੇਰਾ ਭਵਿੱਖ ਜਿਹੜਾ ਉਹ ਹੈ ਪਰਮਾਤਮਾ ਹੋਣਾ। ਤੇਰਾ ਭਵਿੱਖ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ। ਤੇਰਾ ਭਵਿੱਖ ਹੈ ਰੱਬ ਵਿੱਚ ਲੀਨ ਹੋਣਾ। ਖੁਸ਼ਕਿਸਮਤ ਹੋਏਗਾ ਇਸ ਜਨਮ ਵਿੱਚ ਮਿਲ ਜਾਏਗਾ, ਬਦਕਿਸਮਤ ਹੋਏਗਾ ਫਿਰ ਗੇੜੇ ਖਾਂਦਾ ਰਹੇਗਾ। ਹੁਣੇ ਤੁਰ ਪੈਂਗਾ, ਰੱਬ ਰੱਬ ਕਰਨ ਲੱਗ ਪੈਂਗਾ, ਗੁਰੂ ਨਾਲ ਅਭੇਦ ਹੋ ਜਾਏਗਾ, ਗੁਰੂ ਦੀ ਨਜ਼ਰ ਪ੍ਰਵਾਨ ਚੜ ਜਾਏਗਾ, ਗੁਰੂ ਤੇਰਾ ਜੰਮਣ ਮਰਨ ਦਾ ਦੁੱਖ ਕੱਟ ਦੇਗਾ। ਇਹ ਤੇਰਾ ਭਵਿੱਖ ਹੈ, ਤੇਰੀ ਮੰਜ਼ਲ ਹੈ, ਇੱਥੇ ਤੂੰ ਪਹੁੰਚ ਗਿਆ, ਗੁਰੂ ਦੀ ਰਹਿਮਤ ਹੋਗੀ। ਨਾ ਪਹੁੰਚਿਆ ਪੌੜੀ ਛੁਟਕੀ ਹੱਥ ਨਾ ਆਵੇ, ਪਹਿਲਾ ਜਨਮ ਗਵਾਇਆ ਫਿਰ ਤੁਰਿਆ ਰਹੋ। ਫਿਰ ਜਮ ਜਮ ਮਰੇ ਮਰੇ ਫੇਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਫਿਰ ਤੁਰਿਆ ਰਹੋ। ਸਾਡਾ ਭਵਿੱਖ ਆਈ ਹੈ, ਮੰਜ਼ਲ ਦਾ ਬੋਧ ਹੈ ਤੇ ਚੱਲਣਾ ਚੱਲਣਾ ਹੈ, ਮੰਜ਼ਲ ਦਾ ਬੋਧ ਨਹੀਂ ਤੇ ਚੱਲਣਾ ਭਟਕਣਾ ਬਣ ਜਾਂਦਾ ਹੈ। ਮਿਹਨਤ ਕਰ ਰਹੇ ਆ, ਕੰਮ ਕਰ ਰਹੇ ਆ, ਰਾਤ ਦਿਨ ਮਸ਼ੱਕਤ ਕਰ ਰਹੇ ਆ, ਜ਼ਿੰਦਗੀ ਚੱਲ ਜ਼ਰੂਰ ਰਹੀ ਹੈ, ਪਰ ਸਾਹਿਬ ਕਹਿੰਦੇ ਸਹੀ ਮਾਨਿਆਂ 'ਚ ਜ਼ਿੰਦਗੀ ਚੱਲ ਨਹੀਂ ਰਹੀ, ਜ਼ਿੰਦਗੀ ਭਟਕ ਰਹੀ ਹੈ। ਵਿੱਤ ਨਮਿਤ ਭਰਮਿਓ ਬਹੁ ਭਾਤੀ। ਵਿੱਤ ਧਨ, ਨਮਿਤ ਇੱਥੇ ਨਵਿਤ ਸਾਹਿਬ ਜੀ ਨੇ ਸ਼ਬਦ ਕਿਹਾ, ਨਵਿਤ ਭਾਵ ਨਮਿਤ, ਨਮਿਤ ਕਹਿੰਦੇ ਨੇ ਵਾਸਤੇ, ਧਨ ਦੇ ਵਾਸਤੇ ਭਰਮਿਓ ਬਹੁ ਭਾਤੀ। ਧਨ ਦੇ ਵਾਸਤੇ ਬੜਾ ਯਤਨ ਕੀਤਾ, ਬੜਾ ਭਟਕੇ, ਬੜੇ ਸੁਚੇਤ ਰਹਿੰਦੇ ਆ ਧਨ ਦੇ ਵਾਸਤੇ। ਅੱਜ ਤੇ ਕੀ 2-4 ਸਾਲਾਂ ਦਾ ਵੀ ਹਿਸਾਬ ਕਿਤਾਬ ਲਾ ਲੈਂਦੇ ਆ। ਮੈਂ ਆ ਜਿਹੜਾ ਕੰਮ ਕਰ ਰਿਹਾ ਅੱਗੇ ਇਹਦੇ 'ਚ ਸਕੋਪ ਹੈ ਕਿ ਨਹੀਂ। ਜੇ ਬਹੁਤ ਤਾਦਾਦ ਦੇ ਵਿੱਚ ਪਤਾ ਲੱਗੇ ਵੀ ਮੇਰੇ ਇਸ ਕੰਮ 'ਚ ਅੱਗੇ ਸਕੋਪ ਨਹੀਂ, ਇਹਦੇ 'ਚ ਵਾਧਾ ਨਹੀਂ ਹੋਣਾ, ਉਹ ਬੰਦ ਕਰਕੇ ਝੱਟ ਦੂਸਰਾ ਸ਼ੁਰੂ ਕਰਦੇ ਆ ਨਾ, ਵੀ ਧਨ ਵਾਲੇ ਪਾਸੇ ਤੋਂ ਕਮੀ ਨਾ ਰਹਿ ਜਾਏ, ਧਨ ਤੇ ਕਮਾਉਣਾ ਹੈ। ਸਾਹਿਬ ਕਹਿੰਦੇ ਇਸੇ ਖਿਆਲ ਵਿੱਚ ਤੇਰੀ ਗੁਜ਼ਾਰੀ ਹੋਈ ਜ਼ਿੰਦਗੀ ਸਹੀ ਮਾਨਿਆਂ 'ਚ ਉਹ ਜ਼ਿੰਦਗੀ ਗੁਜ਼ਰੀ ਕੀ ਹੈ, ਉਹ ਜ਼ਿੰਦਗੀ ਸਾਰੀ ਭਟਕਣ 'ਚ ਭਰਮ 'ਚ ਪੈ ਕੇ ਭਟਕ ਕੇ ਗੁਜ਼ਾਰੀ ਹੈ। ਅਨਕ ਯਤਨ ਕਰ ਧਾਏ, ਧਾਏ ਦਾ ਅਰਥ ਭਜਣਾ। ਤੇ ਭਜਦੇ ਆ, ਕਿੱਧਰ ਭਜਦੇ ਆ, ਕਾਹਦੇ ਪਿੱਛੇ ਭਜਦੇ ਆ? ਧਨ ਦੇ ਪਿੱਛੇ, ਧਨ ਦੇ ਪਿੱਛੇ। माटी को पुतरा कैसे नचत है, देखे देखे सुनी बोले दौड़ियो फिरत है। ते जिहड़ा दौड़ियो फिरत है किहदे पिछे दौड़ रहा है? इसलिए दौड़ रहा भी मैं छेती जाके सेवा कर लवां, इसलिए दौड़ रहा है भी मैं छेती जाके गुरबाणी पढ़ लवां, नितनेम कर लवां, गुरु की संगत कर ला। नहीं, इसलिए दौड़ रहा है भी छेती छेती जाके ते धन कमावां। सारी दुनिया ही भजी फिरदी है, दौड़दी फिरदी। किहदे पिछे दौड़ रही है? माया पिछे। जो जो कर्म किए हों मैं, ਜਿਹੜੇ ਜਿਹੜੇ ਕਰਮ ਕੀਤੇ ਧਨ ਕਮਾਉਣ ਵਿੱਚ, ਪਰਿਵਾਰ ਵਧਾਉਣ ਵਿੱਚ, ਇੱਟਾਂ ਖੜੀਆਂ ਕਰਨ ਵਿੱਚ, ਦੁਕਾਨਾਂ ਦੀ ਗਿਣਤੀ 'ਚ ਵਾਧਾ ਕਰਨ ਵਿੱਚ, ਪਿੰਡਾਂ ਦੀ ਗੱਲ ਕਰਾਂ ਤੇ ਕਿੱਲੇ ਵਧਾਉਣ ਵਿੱਚ। ਬਾਪੂ ਨੇ 10 ਕਿੱਲੇ ਦਿੱਤੇ, ਜਾਂਦਾ ਵੀ ਨਹੀਂ ਮੈਂ ਆਪਣੇ ਪੁੱਤ ਨੂੰ 20 ਦੇ ਕੇ ਜਾਣੇ ਨੇ। ਉਹਨੂੰ 20 ਮਿਲ ਗਿਆ, ਉਹ ਕਹਿੰਦਾ ਵੀ ਵੇਖੋ
मेरे दादे ने 10 दिते सी, प्यो ने मैनू 20 दिते, तो मेरा फर्ज बनता ही ना भी अपने बच्चों को 40 दे के जावा। 10 तो 20 दे 40 करदिया ही जिंदगी गुजर गई। ये 10 भी इत्थे रह गए, जिन्हें 20 इकट्ठे किए 20 दे 20 भी इत्थे रह गए, 20 वाले ने 40 कर ले तां भी इत्थे रह गए। आप जो इस दुनिया तो गया ते चले जुआरी 2 हाथ 4। आप तुर गया, 20 बना ले, 40 बना ले, 100 बना ले। 100-200 वालियां दी गल छड्डो, लाल किले वालियां दी गल करो, वड्डे वड्डे किले बना ले। अज कौन कबूतर ही बोलते हैं उन्होंने किलियां च, कां ही बोलते हैं उन्होंने किलियां च। इस दुनिया ते रह कोई नागे आमन नागे जाना, कोई न रहे राजा राना। ताई विद्वान कहते जहां देखते हैं जिधर देखते हैं चला चल कर शोरो, फगां देखते हैं कोई सुबह जाता कोई शाम को दोपहर को किसी का, चला देखते हैं जो आया है यहां पे वो रहने न पाया। सभी कूच करते मियां देखते हैं जो रखते थे लाखों खजाने निहा में, चले हाथ खाली अया देखते हैं, तैयारी करो तुम भी है बुलबुले दिल, चली है बहार अब खिजा देखते हैं। 10 तो 20 तो 40 कर लवा, 40 वाला 100 सहस खटे लख कोट धावे कि रज जेगा, सह कहते कदी नहीं तृप्त न आवे माया पाछे पावे। जेड़े जेड़े भी कर्म, कोई एक अद्धा नहीं, सारे कर्म परमेश्वर के नाम तो बिना जिन्ने भी कर्म किए ते भय अजाए, वो सारे कर्म व्यर्थ चले गए। दुकाना की गिणती बहुत वधा ली, 2 सन 10 बना लिया, व्यर्थ चले गए। बैंक के दमड़े होर ज्यादा वधा ले, इट्टां जोड़ के ज्यादा खड़ियां कर लिया, किलियां दे 4 सियाड़ होर जोड़ ले, गुरमत ना कमाई शब्द ना कमाया, गुरु वाले ना बने बाणी नाल ना जुड़े, सारे कर्म व्यर्थ चले गए। अवर दिन काहू काज ना आए, किसे काम ना आए वो गुजरे हुए दिन, 100 दिन मोको दीजे प्रभ जियो, जा दिन घर जस गाए। देखो दिन तो इको जिहा ही हुंदा, अज दा दिन चढ़िया ना ये चंगा ना मंदा है। किसे लिए इस दिन च कोई चंगा हो जाए आखेगा दिन बहुत चंगा, किसी लिए माड़ा हो जाएगा बहुत माड़ा। जिंदगी के गुजरे हुए लम्हे आपां उन्हां नूं दिनां करके चेते करदे आ, जिहड़े मेरे बचपन के दिन सी, आपां इस तरह कहने ना, वो बड़े चंगे सी। मेरी जवानी के दिन दिन कहने, जिहड़े रब रब करदियां गुजरे तेरी जिंदगी के चंगे दिन ने। उम्र ओहा विच लेखे दे, जिहड़ी याद साई विच गुजरे, जिहड़ी रब की याद तो बिना गुजर गई वो दिन व्यर्थ। ते सतगुरु कोल हुण चंगे दिन मंगो, सतगुरु चंगे दिन मेरी झोली च पाओ। भाव दिन तो आना ही आना है, पर जिहड़ा कल का दिन आना है, अज का दिन आना है, मेरे वास्ते चंगा हो जाए। चंगा किस तरह हो जाए? सतगुरु उस दिन मैं बाणी पढ़ सका, सेवा कर सका, सह गुरु ग्रंथ साहिब पातशाह महाराज जी के नेड़े हो सका। नेड़े हुआ। असी नेड़े की समझते हैं, नेड़े समझते दूरों चल के इत्थे तक आ गए, नेड़े हो गए। मत्था टेकिया जो ज्यादा होया, ताबिया बैठ के थे होर नेड़े हो गए। सानू कहते तुही तो गुरु तो बड़ा नेड़े जे, कहते ने ना, तुही भाई साहब जे गुरु दे वजीर जे, गुरु दे बड़ा नेड़े जे। वो पातशाह जी दे नेड़े बैठन नूं ही नेड़ा समझते हैं, भी नेड़े बहिंदे हो ते नेड़े। ये नेड़ता नहीं होंदी। गुरु तो पूछो नेड़ता की है? गुरु आखदा धन, फिर यह ना आखिए बहन इकट्ठे हुए, एक जोत दो मूर्ति धन फिर कहिए सोए। जिदन तेरी विचार गुरु दी विचार दे नेड़े होएगी, सही माने विच तू उदन गुरु ग्रंथ साहिब दे नेड़े होएगा। तू ताबिया बैठा रहो, ताबिया बैठ के सारा सारा दिन चौड़ करी जा। तेरी विचार गुरु दी विचार दे नेड़े नहीं हुई, तू गुरु दे नेड़े नहीं, तू गुरु तो दूर है। सतगुरु मेरी जिंदगी दे ओ दिन बख्श, विचारा करके तेरे नेड़े होना। शब्द दे नेड़े होना, गुरु दे नेड़े होना है। गुरमत सिद्धांत दे नेड़े हो जाना, अपनी जिंदगी नूं
शब्द के ओत परोत, शब्द की विचार के ओत परोत, गुरबाणी के सिद्धांत के नेड़े नेड़े रख के जीना, ये नेड़ता है। नेड़ता कट्ठियां तो ही वेखो, एक घर विच भी रह के जे दोनों की आपस में नहीं बनती सके भरा क्यों ना होण, नेड़ता नहीं है, दूरियां ने। नेड़ता बनती है विचारां नाल, मेल हुंदा विचारां दा। गुरु के शब्द की विचार मैं प्रवान कर लवां, सा मत देह दयाल प्रभ जित तुम्हें अराधा। अपनी मत छड्ड गुरु की मत ले लेनी, ये नेड़ता है। रहाओ पुत्र कलत्र ग्रह देख पसारा, ऐसे ही मैं उरझाए। बहुत जतन किया, फिर हिसाब किताब ला लिया। हिसाब किताब की लाया भी वाह बड़ी मेहनत कर ली, बड़ा कुछ कमा लिया। अक्सर तुसी लोगों कोलों ये अपनी नौबत आप वजा वजा के ये शब्द सुनते हो, मैं जदों छोटा हाँ बड़ा गरीब सा, बड़ी गरीबी वेखी। हर बंदे की आई किताब है, हर बंदे की आई कहानी है। मैं बड़ी मेहनत की, असी दिल्ली आ गए कुछ नहीं सी, कलकत्ते चले गए कुछ नहीं सी, बड़ी मेहनत की जी, अज देखो इन्ना कुछ जोड़िया। हर बंदे की आई दास्तान, आही कुछ वेख वेख के ये खुश होंदा रहिंदा। पुत्र कलत्र ग्रह देख पसारा, पुत्रा नूं वेख लिया, घर वाली वेख ली, पोतरे वेख ले, भैन भरा वेख ले, इस ही मैं उलझाए। परिवार च अगे वाधा हुंदा गया, जिवें परिवार च वाधा होया ये वड्डा बनता गया। पहला घर च छोटा विआह हो गया, हुण सत्कार हो गया, भी एक ते आई हुण इज्जत ना बोलदी। घर च बच्चा हो गया, पिताजी बन गए, पोतरा हो गया तो दादा जी बन गए, वाह रुतबा वाधा गया। बस इसे ची साहब कहते उलझ गया। माया मद चाक भय उदमाते। फिर हौली हौली करके ये नशे का आदि बन गया। नशा, नशा किसी भी प्रकार का माड़ा है। नशे ने किसी एक का नहीं, जेड़ी भी कौम च नशा है उसका नुकसान किया है, और किसी खास किस्म का नहीं, कोई भी नशा है उन्हें नुकसान किया है। बड़ी हैरानी होंगी कि भाई तारू सिंह वर्गा, भाई मनी सिंह वर्गा, बाबा दीप सिंह साहब वर्गा, गुरु के लाला वर्गा, साहबजादियां वर्गा सिक्खी दे प्रति प्यार ते सिदक ते ओ जी अडोलता साडे दिलों च पता नहीं कदों होनी है। हाली ते सिख दा कहना शराब की बोतल तो ही नहीं छुटदा। सवा सवा लाख नाल लड़न दी इहदे अंदर हिम्मत कदों होनी है। हाली ते यह शराब की बोतल का ही गुलाम बनया पिया है। ਉਹਦੇ ਤੋਂ बिना ਇਹਦੀ रात नहीं पैंदी, ਉਹਦੇ ਤੋਂ बिना ਇਹਦਾ दिल भी नहीं चढ़ता। कदों किते छुट्टे खैड़ा। हर प्रकार का नशा, मर्यादा तो भी पढ़ो तो मर्यादा दसदी है। सिख नूं नशा केवल अन्न का होवे, अन्न तो बिना कोई नशा ना होवे, कोई नशा ना होवे। हुण जिन्हें गुरु की पावन बाणी तो दूर रह के जिंदगी गुजारी, भावें वो शराब नहीं पींदा, कोई होर नशा नहीं करता, एक नशे का वो आदि बन गया। किहड़ा नशा? माया मद चाक, माया का नशा। तीन प्रकार का साहब जी ने नशा पावन बाणी च दसिया, जिहड़ा किते बाहरों दुकानां तो नहीं मिलता, ना वो बनाया जाता है, अपने अंदरों विचारां चों प्रगट हुंदा है। मात पिता भाई सुत बनता ताके रस लपटाना, जो बन धन प्रवता के मद में अहनिस रहे दीवाना। जवानी का नशा, धन का नशा, प्रभुता का नशा, मैं भी कुछ हाँ, चौधरता का नशा, मैं किसी तो घट नहीं। प्रभुता किसी भी प्रकार का कुछ प्राप्त हो जाना, जिस दी प्राप्ति करके दुनिया में शोभा बन जाए, उन्होंने कहते प्रभुता, ओदा नशा। ये फिर माया का नशा पीण लग पिया। फिर माया के नशे विच इन्ना गलतान हो गया, भाई उदमाते मस्त हो गया। ये माया के नशे विच इन्ना मस्त हो गया, सारा कुछ ही भुल गया। फिर इनू ना अमृत की सार, अमृत का व्यापारी होवे, गल ते तां बननी सी, ना इनू अमृत की सार, ना इनू अमृत वेले की संभाल, कोई ख्याल ही नहीं। फिर जदों बंदे कोल बहुती माया आ जाए, फिर करदा की है? वो गुरमत समागम नहीं कराउंदा,
ਜਿਹਦੇ ਕੋਲ ਬਹੁਤੀ ਮਾਇਆ ਆ ਗਈ, ਵੀ ਬੜੀ ਮਾਇਆ ਆ ਗਈ, ਬੱਚੇ ਦੇ ਬਾਅਦ ਚ ਗੁਰਮਤਿ ਸਮਾਗਮ ਕਰਾਏਗਾ, ਨਹੀਂ, ਉਹਨੇ ਹੁਣ ਦੁਨੀਆ ਵਿੱਚ ਆਪਣਾ ਨਾਮ ਖੱਟਣਾ ਹੈ। ਪਤਾ ਕਿਸ ਗੱਲ ਕਰਕੇ? ਇਹਨੂੰ ਕੋਈ ਬਹੁਤ ਵੱਡਾ ਕਲਾਕਾਰ ਸੱਦਣਾ ਹੈ, ਜਿਹਨੂੰ ਆਮ ਬੰਦਾ ਸੱਦ ਨਾ ਸਕਦਾ ਹੋਵੇ, ਜਿਹਦੀ 2-4 ਘੰਟਿਆਂ ਦੀ ਕੀਮਤ 15 ਲੱਖ 20 ਲੱਖ ਹੋਵੇ, ਉਹ ਪੈਸਾ ਖਰਚ ਕੇ ਫਿਰ ਉਹਨੂੰ ਸੱਦੇਗਾ। ਫਿਰ ਕੀ ਕਰੇਗਾ? ਆਪ ਜ਼ਹਿਰ ਪੀਏਗਾ, ਫਿਰ ਉਹਨਾਂ ਨੂੰ ਦੂਸਰਿਆਂ ਨੂੰ ਜ਼ਹਿਰ ਪਿਲਾਏਗਾ। ਇਹ ਕੁਝ ਕਿਉਂ ਕੀਤਾ? ਨਸ਼ੇ ਵਿੱਚ ਹੈ। ਨਸ਼ੇ ਵਿੱਚ ਬੰਦਾ ਕਦੀ ਚੰਗਾ ਕਰਮ ਕਰ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬਚਨ, ਜਿਸ ਪੀਤੇ ਮਤ ਦੂਰ ਹੋਏ। ਜਿਸ ਦਾ ਸੁਖੈਨ ਅਰਥ ਕਰਾਂ ਤੇ ਜਿਹੜਾ ਸ਼ਰਾਬ ਪੀਣਾ, ਸ਼ਰਾਰਤ ਦਾ ਪਾਣੀ ਪੀਣਾ, ਇਹ ਇਸ ਲਈ ਪੀਤਾ ਜਾਂਦਾ, ਜਿਹਨੇ ਪਾਗਲ ਹੋਣਾ ਉਹ ਪੀ ਲੇ। ਜਦੋਂ ਪੀ ਲੈਂਦਾ ਬੰਦਾ ਪਾਗਲ ਹੋ ਜਾਂਦਾ ਹੈ। ਪਾਗਲ ਬੰਦੇ ਨੂੰ ਨਹੀਂ ਪਤਾ ਸਾਹਮਣੇ ਮੇਰੀ ਭੈਣ ਹੈ, ਧੀ ਹੈ, ਘਰ ਵਾਲੀ ਹੈ, ਮੈਂ ਕਿੱਥੇ ਬੈਠਾ, ਕੀ ਗੱਲ ਕਰਨੀ ਤੇ ਕੀ ਨਹੀਂ ਕਰਨੀ। ਗੱਲ ਨੂੰ ਨੇੜੇ ਰੱਖਾਂ। ਇਹ ਮਾਇਆ ਦਾ ਨਸ਼ਾ ਪੀਣ ਲੱਗ ਪਿਆ। ਹਰ ਰਸ ਕਬੂ ਮੂੰਹ ਨਾ ਗਾਏ। ਇਹ ਫਿਰ ਜਿਵੇਂ ਮੈਂ ਬੇਨਤੀ ਕੀਤੀ ਹੈ, ਇਹ ਫਿਰ ਵੱਡੇ ਵੱਡੇ ਜਿਨ੍ਹਾਂ ਨੂੰ ਸਿੰਗਰ ਕਹਿੰਦੇ ਨੇ, ਜਿਨ੍ਹਾਂ ਨੇ ਮੇਰੀ ਕੌਮ ਦਾ ਬਹੁਤ ਭਾਰੀ ਨੁਕਸਾਨ ਕੀਤਾ, ਬਹੁਤ ਭਾਰੀ ਨੁਕਸਾਨ ਕੀਤਾ, ਜਿਨ੍ਹਾਂ ਨੂੰ ਤੁਸੀਂ 2-2 ਘੰਟੇ ਦਾ 20-20 ਲੱਖ ਰੁਪਈਆ ਦੇ ਕੇ ਸੁਣਦੇ ਹੋ ਨਾ, ਉਹ ਤੁਹਾਨੂੰ ਪਤਾ ਕੀ ਕਹਿੰਦੇ ਨੇ? ਮੈਂ ਇੱਕ ਦਿਨ ਇੱਕ ਬੋਲ ਸੁਣਿਆ, ਹੁਣ ਬੜਾ ਮਕਬੂਲ ਉਹਦਾ ਪੰਜਾਬੀਆਂ ਦੇ ਵਿੱਚ ਨਾਮ, ਬੜਾ ਵੱਡਾ ਸਟਾਰ ਹੈ ਜੀ। ਉਹ ਵਾਰ-ਵਾਰ ਇੱਕ ਗੱਲ ਦੁਹਰਾਉਂਦਾ, ਬਹੁਤੀ ਨਾ ਪੋਥੀ ਪੜ੍ਹਿਆ ਕਰ, ਇਹ ਪੋਥੀ ਪਾਥੀ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕੀ ਆਂਦੀ? ਪੋਥੀ ਪਰਮੇਸ਼ਰ ਕਾ ਥਾਨ। ਸਿੱਖ ਪੋਥੀ ਨਾਲੋਂ ਟੁੱਟ ਜਾਏ, ਗੁਰਬਾਣੀ ਨਾਲੋਂ ਟੁੱਟ ਜਾਏ, ਇਹਦੀ ਤੇ ਆਤਮਿਕ ਮੌਤ ਹੋ ਜਾਂਦੀ ਹੈ। ਤੇ ਜਿਹਨੂੰ ਤੁਸੀਂ 15-15 ਲੱਖ ਰੁਪਏ 2 ਘੰਟੇ ਦੇ ਕੇ 2 ਘੰਟੇ ਦੇ ਅਖਾੜੇ ਲਵਾਉਂਦੇ ਹੋ, ਸੁਣਦੇ ਹੋ, ਉਹ ਆਂਦਾ ਜੀ ਪੋਥੀ ਪਾਥੀ ਛੱਡੋ। ਉਹ ਤੁਹਾਨੂੰ ਆਹ ਸਿੱਖਿਆ ਦਿੰਦਾ ਹੈ। ਜਿਹੜੀ ਅੱਜ ਗੱਲ ਚੱਲੀ ਹੈ ਨਾ, ਇਹਦਾ ਜਨਮਦਾਤਾ ਉਹ ਹੈ। ਅੰਮ੍ਰਿਤ ਦੀ ਕੀ ਲੋੜ ਹੈ? ਦਿਲ ਸਾਫ਼ ਹੋਣਾ ਚਾਹੀਦਾ ਹੈ। ਬਾਣੀ ਦੀ ਕੀ ਲੋੜ ਹੈ? ਦਿਲ ਸਾਫ਼ ਹੋਣਾ ਚਾਹੀਦਾ ਹੈ। ਗੱਲ ਨੂੰ ਨੇੜੇ ਰੱਖਾਂ। ਹਰ ਰਸ ਕਬੂ ਨਾ ਗਾਏ, ਰੱਬ ਦਾ ਨਾਮ ਕਿਤੇ ਚੇਤੇ ਨਹੀਂ। ਇਹ ਬਿਦ ਖੋਜੀ ਬਹੁ ਪ੍ਰਕਾਰਾ। ਕੀ ਮੇਰੀ ਜ਼ਿੰਦਗੀ ਇਹ ਗੰਦੇ ਲੱਚਰ ਗੀਤ ਸੁਣਦਿਆਂ ਗੁਜ਼ਰ ਜਾਏਗੀ? ਕੀ ਮੇਰੀ ਜ਼ਿੰਦਗੀ ਸ਼ਰਾਬਾਂ ਦੇ ਪਿਆਲੇ ਦਾ ਮੁਤਾਜ ਬਣ ਕੇ ਗੁਜ਼ਰ ਜਾਏਗੀ? ਕੀ ਮੇਰੀ ਜ਼ਿੰਦਗੀ ਕਬਰਾਂ ਤੇ ਦੀਵਾ ਜਗਾਉਂਦਿਆਂ ਜਾਂ ਪਿੱਪਲਾਂ ਦੀ ਪੂਜਾ ਕਰਦੇ ਹੀ ਗੁਜ਼ਰ ਜਾਏਗੀ? ਨਹੀਂ, ਇਹੋ ਜਿਹੀ ਜ਼ਿੰਦਗੀ ਮੈਂ ਨਹੀਂ ਗੁਜ਼ਾਰਨੀ। ਮੈਂ ਬਣਨਾ ਗੁਰੂ ਵਾਲਾ, ਮੈਂ ਬਣਨਾ ਗੁਰੂ ਦਾ ਸੱਚਾ ਸਿੱਖ। ਤੇ ਜਦੋਂ ਮੈਂ ਇਸ ਗੱਲ ਦੀ ਖੋਜ ਕੀਤੀ, ਵਿਚਾਰ ਕੀਤੀ, ਮੈਨੂੰ ਸਮਝ ਆਈ, ਬਿਨ ਸੰਤਨ ਨਹੀਂ ਪਾਏ, ਇਹੋ ਜਿਹੀ ਜ਼ਿੰਦਗੀ ਤੈਨੂੰ ਪੂਰੇ ਗੁਰੂ ਤੋਂ ਬਿਨਾਂ ਨਹੀਂ ਮਿਲਣੀ। ਜੇ ਇਹੋ ਜਿਹੀ ਜ਼ਿੰਦਗੀ ਜੀਣਾ ਚਾਹੁੰਦਾ ਹੈ, ਗੁਰੂ ਕੀ ਸੰਗਤ ਵਿੱਚ ਆ, ਤੇ ਸੰਗਤ ਵਿੱਚ ਆ, ਗੁਰੂ ਚਰਨਾਂ 'ਚ ਬੇਨਤੀ ਕਰ, ਤੁਮ ਦਾਤਾਰ ਵੱਡੇ ਪ੍ਰਭ ਸਮਰੱਥ, ਮੰਗਣ ਕੋ ਦਾਨ ਆਈ, ਤੂੰ ਬਹੁਤ ਵੱਡਾ ਸਮਰੱਥ ਹੈ। ਸਤਿਗੁਰੂ ਮੈਂ ਤੇਰੇ ਕੋਲ ਦਾਨ ਮੰਗਣ ਨੂੰ ਆਇਆ ਹੈ, ਤੇ ਭਿਖਾਰੀ ਬਣ ਕੇ ਆਇਆ, ਤੇ ਸਤਿਗੁਰੂ ਮਹਾਰਾਜ ਤੇ ਆਗੇ ਉਹ ਸਗਲਾ ਮਾਨ ਮਹਿਤਾ, ਮੈਂ ਆਪਣਾ ਮਾਣ ਹੰਕਾਰ ਪ੍ਰਭਤਾ ਸਾਰਾ ਕੁਝ ਛੱਡ ਕੇ ਆਇਆ। ਦਾਸ ਰੇਣ ਸ਼ਰਣਾਏ ਤੇਰਾ ਨਹੀਂ, ਮੈਂ ਤੇ ਤੇਰੇ ਸੇਵਕਾਂ ਦਾ ਵੀ ਸੇਵਕ ਬਣ ਗਿਆ। ਕਹੋ ਨਾਨਕ ਹਰ ਮੇਲ ਭਏ, ਏਕੈ ਮਹਾ ਆਨੰਦ ਸੁਖ ਪਾਏ। ਜਦੋਂ ਗੁਰੂ ਚਰਨਾਂ 'ਚ ਆ ਜੋਦੜੀ ਕੀਤੀ, ਗੁਰੂ ਨੇ ਸਾਡੀ ਜ਼ਿੰਦਗੀ 'ਚ ਤਰਸ ਖਾਧਾ, ਗੁਰੂ ਨੇ ਤਰਸ ਕਰਕੇ ਆਪਣੇ ਚਰਨਾਂ ਨਾਲ ਜੋੜ ਲਿਆ। ਗੁਰੂ ਪਾਤਸ਼ਾਹ ਜੀ ਨੇ ਚਰਨਾਂ ਨਾਲ ਜੋੜ ਕੇ ਫਿਰ ਜ਼ਿੰਦਗੀ ਦੇ ਉਹ ਦਿਨ ਦਿੱਤੇ। ਕਿਹੜੇ ਦਿਨ? ਜਿਹੜੇ ਦਿਨਾਂ ਦੀ ਮੰਗ ਕੀਤੀ ਸੀ। 100 ਦਿਨ ਮੋਕੋ ਦੀਜੈ ਪ੍ਰਭ ਜੀਓ, ਜਾ ਦਿਨ ਹਰ ਜਸ ਗਾਏ। ਜਿਨ੍ਹਾਂ ਨੂੰ ਆ ਦਿਨ ਨਸੀਬ ਹੋ ਗਏ, ਉਹਨਾਂ ਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।